ਤੁਸੀਂ ਇੱਕ ਚੀਜ਼ ਤੋਂ ਧਿਆਨ ਰੱਖੋ, ਜਿੰਨੇ ਡੇਰਿਆਂ ਤੇ ਜਾਣ ਵਾਲੇ ਲੋਕ ਨੇ, ਜਿੰਨੇ ਬਾਬਿਆਂ ਨੂੰ ਮੰਨਣ ਵਾਲੇ ਲੋਕ ਨੇ, ਉਹ ਜ਼ਿਆਦਾ ਦੁਖੀ ਹੁੰਦੇ ਨੇ। ਨਾਸਤਿਕ ਬੰਦੇ ਨੂੰ ਤੁਸੀਂ ਦੁਖੀ ਨਹੀਂ ਦੇਖੋਗੇ, ਬਿਮਾਰ ਨਹੀਂ ਦੇਖੋਗੇ, ਉਹ ਫਿੱਟ ਹੋਏਗਾ ਬਿਲਕੁਲ। ਨਾਸਤਿਕ ਬੰਦਾ ਜਿਹੜਾ, ਹਾਲਾਂਕਿ ਮੈਂ ਨਾਸਤਿਕ ਨਹੀਂ ਹਾਂ, ਪਰ ਨਾਸਤਿਕ ਬੰਦੇ ਜਿਹੜੇ ਨੇ ਧਾਰਮਿਕ ਲੋਕਾਂ ਨਾਲੋਂ ਜ਼ਿਆਦਾ ਫਿੱਟ ਨੇ। ਧਰਮ ਦਾ ਮਤਲਬ ਧਰਮ, ਉਹ ਹਿੰਦੂ ਸਿੱਖ ਮੁਸਲਮਾਨ ਈਸਾਈ ਨਹੀਂ ਹੈ। ਇਹ ਤਾਂ ਅਸੀਂ ਅੱਗੇ ਸੰਪਰਦਾਵਾਂ ਬਣਾ ਦਿੱਤੀਆਂ ਤੇ ਉਹਨਾਂ ਨੂੰ ਵੰਡ ਦਿੱਤਾ। ਧਰਮ ਦਾ ਮਤਲਬ ਇਹ ਹੈ ਕਿ ਪਰਾਈਆਂ ਧੀਆਂ ਭੈਣਾਂ ਨੂੰ ਮੈਂ ਆਪਣੀ ਧੀ ਭੈਣ ਸਮਝਾਂ। ਹਾਰਟ ਕਹਿੰਦੇ ਦਿਲ ਆ ਜਿਹੜਾ ਬੜੀ ਨਾਜ਼ੁਕ ਪੁਰਜ਼ਾ ਜਿਹੜਾ ਸਾਰੇ ਸਰੀਰ ਨੂੰ ਚਲਾ ਰਿਹਾ, ਤੇ ਉਹਦੇ ਕਵਰ ਇਹੋ ਜਿਹਾ ਦਿੱਤਾ ਹੋਇਆ, ਸਾਡੇ ਹੱਡੀਆਂ ਹੀ ਉਸ ਹਿਸਾਬ ਨਾਲ ਫਿੱਟ ਕਰਤੀਆਂ ਕਿ ਉਹ ਮਤਲਬ ਐ ਹਿੱਲ ਨਹੀਂ ਸਕਦਾ। ਢਾਂਚਾ ਹੀ ਪੂਰੇ ਸਰੀਰ ਦਾ ਅੰਗ ਅੰਗ ਤੇ ਜਿਹੜੀ ਕ੍ਰੀਏਟੀਵਿਟੀ ਹੈਗੀ ਹੈ ਕਿਸੇ ਕੁਦਰਤ ਦੀ ਕਿਸੇ ਵਿੱਚ। ਬਿਲਕੁਲ ਬਿਲਕੁਲ। ਬਹੁਤ ਸਾਰੇ ਲੋਕ ਕਹਿੰਦੇ ਨੇ ਕਿ ਰੱਬ ਨਹੀਂ ਹੈ, ਬਹੁਤ ਸਾਰੇ ਲੋਕ ਕਹਿੰਦੇ ਨੇ ਰੱਬ ਹੈ, ਬਹੁਤ ਸਾਰੇ ਲੋਕ ਵਿਚਕਾਰ ਦਾ ਵੀ ਸੋਚਦੇ ਨੇ ਕਿ ਰੱਬ ਤਾਂ ਹੈ ਪਰ ਕੁਛ ਨਾ ਕੁਛ ਸਾਨੂੰ ਆਪ ਵੀ ਕਰਨਾ ਪੈਣਾ, ਅਧਿਆਤਮ ਦੇ ਨਾਲ ਜੋੜਦੇ ਨੇ। ਕੁਝ ਲੋਕ ਜਿਹੜਾ ਇਹਨੂੰ ਦੇਵੀ ਸ਼ਕਤੀਆਂ ਦੇ ਰੂਪ ਦੇ ਵਿੱਚ ਵੀ ਦੇਖਦੇ ਨੇ ਧਰਮ ਨੂੰ, ਪਰ ਜਿਹੜਾ ਅਸਲ ਦੇ ਵਿੱਚ ਗੱਲ ਕੀ ਹੈ, ਤਰਕਸ਼ੀਲ ਆਪਣਾ ਤਰਕ ਦਿੰਦੇ ਨੇ ਔਰ ਹੋਰ ਚਿੰਤਕ ਨੇ ਜਿਹੜੇ ਉਹਨਾਂ ਦੇ ਕੋਲੇ ਆਪਣੇ ਤਰਕ ਨੇ। ਤਾਂ ਅਸਲ ਦੇ ਵਿੱਚ ਜਿਹੜੀ ਗੱਲ ਹੈ ਉਹ ਅਸੀਂ ਅੱਜ ਕਰਨ ਜਾ ਰਹੇ ਹਾਂ। ਮੇਰੇ ਨਾਲ ਅੱਜ ਵਿਸ਼ਾ ਸਾਡਾ ਇਸ ਗੱਲਬਾਤ ਦਾ ਹੈ, ਇਹ ਕਿਤਾਬ ਹੈ ਜਿਹੜੀ ਤੁਸੀਂ ਕਿਤਾਬ ਦੇਖ ਰਹੇ ਹੋ, ਰੱਬ ਧਰਮ ਤੇ ਤਰਕਸ਼ੀਲ। ਇਸ ਕਿਤਾਬ ਦੀ ਭੂਮਿਕਾ ਮੈਂ ਪੜ੍ਹ ਚੁੱਕਿਆ ਔਰ ਇਹਦੇ ਜਿਹੜੇ ਲੇਖਕ ਨੇ ਉਹ ਸਾਡੇ ਨਾਲ ਨੇ। ਸਭ ਤੋਂ ਪਹਿਲਾਂ ਤੁਹਾਨੂੰ ਮਿਲਾਉਂਦੇ ਆ ਸਰ। ਸਭ ਤੋਂ ਪਹਿਲਾਂ ਤਾਂ ਤੁਹਾਡਾ ਸਵਾਗਤ ਹੈ ਜੀ ਨਿਰਪੱਖ ਪੋਸਟ ਦੇ ਵਿੱਚ। ਮਿਹਰਬਾਨੀ। ਤਾਂ ਕੁਲਵੰਤ ਸਿੰਘ ਗੱਗੜਪੁਰੀ। ਔਰ ਸਰ ਮੈਂ ਸਭ ਤੋਂ ਪਹਿਲਾਂ ਤਾਂ ਇਹ ਗੱਲ ਸ਼ੁਰੂ ਕਰਨੀ ਚਾਹੂੰਗਾ, ਆਪਾਂ ਪਹਿਲਾਂ ਵੀ ਗੱਲ ਕਰ ਰਹੇ ਸੀ ਕਿ ਆਪਾਂ ਇਹ ਵਿਸ਼ਾ ਬਣਾਵਾਂਗੇ ਕਿ ਰੱਬ ਦੀ ਹੋਂਦ ਦੇ ਬਾਰੇ। ਜੀ ਬਿਲਕੁਲ। ਤੇ ਬਹੁਤ ਸਾਰੇ ਇੱਥੇ ਸਵਾਲ ਨੇ। ਤੁਸੀਂ ਇਹ ਕਿਤਾਬ ਲੈ ਕੇ ਆਏ ਹੋ, ਇਸ ਕਿਤਾਬ ਦੇ ਵਿੱਚ ਤੁਸੀਂ ਜ਼ਿਕਰ ਕਰ ਰਹੇ ਹੋ ਕਿ ਮੈਂ ਅੰਧ ਵਿਸ਼ਵਾਸੀ ਨਹੀਂ ਹਾਂ, ਮੈਂ ਰੱਬ ਦੀ ਹੋਂਦ ਨੂੰ ਮੰਨਦਾ, ਪਰ ਇਹ ਕਿਤਾਬ ਉਦੋਂ ਪੈਦਾ ਹੋ ਰਹੀ ਹੈ, ਉਦੋਂ ਜਨਮ ਲੈ ਰਹੀ ਹੈ ਜਦੋਂ ਤੁਸੀਂ ਆਪਣੇ ਇੱਕ ਨਾਸਤਿਕ ਦੋਸਤ ਦੇ ਨਾਲ ਜਿਹੜਾ ਵਿਚਾਰ ਕਰ ਰਹੇ ਹੋ। ਬਿਲਕੁਲ ਬਿਲਕੁਲ ਬਿਲਕੁਲ। ਮੇਰੇ ਇੱਕ ਦੋਸਤ ਨੇ ਸਰਬਜੀਤ ਔਖਲਾ, ਤਰਕਸ਼ੀਲ ਨੇ, ਕਾਫੀ ਅੱਛੇ ਰਾਈਟਰ ਨੇ, ਉਹਨਾਂ ਨੇ ਕਈ ਕਿਤਾਬਾਂ ਲਿਖੀਆਂ ਨੇ ਅਤੇ ਉਹਨਾਂ ਦੇ ਨਾਲ ਮੇਰੀ ਕਾਫੀ ਚਰਚਾ ਹੁੰਦੀ ਰਹਿੰਦੀ ਆ ਇਸ ਗੱਲ ਦੇ ਉੱਤੇ, ਅੰਧ ਵਿਸ਼ਵਾਸ ਦੇ ਖਿਲਾਫ। ਅਤੇ ਅੰਧ ਵਿਸ਼ਵਾਸ ਦੇ ਖਿਲਾਫ ਉਹ ਵਧੀਆ ਕੰਮ ਵੀ ਕਰ ਰਹੇ ਨੇ, ਪਰੰਤੂ ਜਦੋਂ ਇਹ ਗੱਲ ਆਉਂਦੀ ਕਿ ਰੱਬ ਨਹੀਂ ਹੈ ਤਾਂ ਮੈਂ ਉੱਥੇ ਸਹਿਮਤ ਨਹੀਂ ਹੋ ਪਾਉਂਦਾ। ਕਿਉਂਕਿ ਜਦੋਂ ਮੈਂ ਇਹ ਸੋਚਦਾ ਕਿ ਜਿਹੜਾ ਸੰਸਾਰ, ਜਿਹੜੀ ਸ੍ਰਿਸ਼ਟੀ ਰਚੀ ਗਈ ਆ, ਇਹ ਬੜੀ ਨਿਯਮਬੱਧ ਢੰਗ ਦੇ ਨਾਲ। ਸਾਡਾ ਸਰੀਰ ਦੇਖ ਲਓ, ਸਾਡੇ ਸਰੀਰ ਦੇ ਵਿੱਚ ਜਿੰਨਾ ਵੀ ਸਿਸਟਮ ਹੈ, ਇੱਕ ਜਿਹੜਾ ਵਧੀਆ ਇੰਜੀਨੀਅਰ ਨੇ ਫਿੱਟ ਕੀਤਾ ਹੋਵੇ ਉਵੇਂ ਆ। ਸਾਡੀਆਂ ਅੱਖਾਂ ਦੇ ਪਿੱਛੇ ਕਿਵੇਂ ਸਾਰਾ ਸਿਸਟਮ ਲਗਾਇਆ ਗਿਆ, ਸਾਡੇ ਹੱਥਾਂ ਦੇ ਜਿਵੇਂ ਕਬਜੇ ਹੱਥ ਮੁੜਦੇ ਆ ਉਵੇਂ ਸਾਰਾ ਸਿਸਟਮ ਇੱਕ ਸਿਸਟਮੈਟਿਕ ਤਰੀਕੇ ਦੇ ਨਾਲ ਲਾਇਆ ਗਿਆ, ਅਤੇ ਉਹਦੇ ਪਿੱਛੇ ਕੋਈ ਦਿਮਾਗ ਕੰਮ ਕਰਦਾ ਤਾਂ ਉਹ ਕੋਈ ਸ਼ਕਤੀ ਹੈ। ਇਸ ਕਰਕੇ ਮੈਂ ਰੱਬ ਦੀ ਹੋਂਦ ਤੋਂ ਨਕਾਰਦਾ ਨਹੀਂ, ਇਹਨੂੰ ਨਕਾਰਦਾ ਨਹੀਂ ਹਾਂ, ਪਰੰਤੂ ਜਿੱਥੇ ਉਹ ਅੰਧ ਵਿਸ਼ਵਾਸ ਦੀ ਗੱਲ ਕਰਦੇ ਨੇ, ਅੰਧ ਵਿਸ਼ਵਾਸ ਦੇ ਖਿਲਾਫ ਚੱਲ ਰਹੇ ਨੇ, ਔਰ ਜਿਹੜੀਆਂ ਇਹ ਭੂਤ ਪ੍ਰੇਤਾਂ ਦੀਆਂ ਗੱਲਾਂ ਜਾਂ ਦੇਵੀ ਸ਼ਕਤੀਆਂ ਦੀਆਂ ਗੱਲਾਂ, ਮੈਂ ਉਹਨਾਂ ਦੇ ਨਾਲ ਉੱਥੇ ਸਹਿਮਤ ਹੋਣਾ। ਅੱਛਾ, ਇੱਕ ਇਹ ਵੀ ਗੱਲ ਹੈ ਕਿ ਸਾਇੰਸ ਦੇ ਵੀ ਕਈ ਡਾਕਟਰਾਂ ਨਾਲ ਅਸੀਂ ਜਦੋਂ ਅਕਸਰ ਗੱਲ ਕਰਦੇ ਹਾਂ, ਜਾਂ ਮੇਰੇ ਸਾਇੰਸ ਦੇ ਅਧਿਆਪਕ ਸੀਗੇ, ਤਾਂ ਉਹ ਇੱਕ ਬੜੀ ਜਿਵੇਂ ਤੁਸੀਂ ਸਰੀਰ ਦੀ ਗੱਲ ਕਰਕੇ ਹਟੇ ਹੋ ਕਿ ਕਿਵੇਂ ਮਸ਼ੀਨਰੀ ਜਿਹੜੀ ਫਿੱਟ ਕੀਤੀ ਗਈ, ਕਹਿੰਦੇ ਹਾਰਟ ਕਹਿੰਦੇ ਦਿਲ ਆ ਜਿਹੜਾ ਬੜੀ ਨਾਜ਼ੁਕ ਪੁਰਜ਼ਾ ਜਿਹੜਾ ਸਾਰੇ ਸਰੀਰ ਨੂੰ ਚਲਾ ਰਿਹਾ, ਤੇ ਉਹਦੇ ਕਵਰ ਇਹੋ ਜਿਹਾ ਦਿੱਤਾ ਹੋਇਆ, ਸਾਡੇ ਹੱਡੀਆਂ ਹੀ ਉਸ ਹਿਸਾਬ ਨਾਲ ਫਿੱਟ ਕਰਤੀਆਂ ਕਿ ਉਹ ਮਤਲਬ ਐ ਹਿੱਲ ਨਹੀਂ ਸਕਦਾ। ਢਾਂਚਾ ਹੀ ਪੂਰੇ ਸਰੀਰ ਦਾ ਅੰਗ ਅੰਗ ਤੇ ਜਿਹੜੀ ਕ੍ਰੀਏਟੀਵਿਟੀ ਹੈਗੀ ਹੈ ਕਿਸੇ ਕੁਦਰਤ ਦੀ, ਕਿਸੇ ਨੇਚਰ। ਬਿਲਕੁਲ ਬਿਲਕੁਲ। ਇਹ ਇੱਥੋਂ ਇੱਕ ਸੋਚ ਮਨ 'ਚ ਪੈਦਾ ਹੁੰਦੀ ਹੈ ਵੀ ਕੋਈ ਸ਼ਕਤੀ ਹੈ ਜੋ ਸੰਸਾਰ ਨੂੰ ਚਲਾ ਰਹੀ ਹੈ, ਜੋ ਇਹ ਸਿਸਟਮੈਟਿਕ ਤਰੀਕੇ ਦੇ ਨਾਲ। ਹੁਣ ਤੁਸੀਂ ਦੇਖੋ ਉੱਤੇ ਗਲੈਕਸੀਆਂ ਅਤੇ ਜਿਹੜਾ ਤਾਰਿਕਾ ਮੰਡਲ ਹੈ, ਉੱਤੇ ਗ੍ਰਹਿ ਨੇ ਜਿਹੜੇ, ਉਹ ਬੜੀ ਤੇਜ਼ੀ ਦੇ ਨਾਲ ਸਾਰਾ ਕੁਛ ਉੱਤੇ ਘੁੰਮ ਰਿਹਾ, ਪਰ ਇੱਕ ਦੂਜੇ ਦੇ ਨਾਲ ਟਕਰਾਉਂਦੇ ਨਹੀਂ। ਹਰ ਇੱਕ ਚੀਜ਼ ਨੂੰ ਉਹਨੇ ਨਿਯਮ ਦੇ ਵਿੱਚ ਬੰਨ੍ਹਿਆ ਹੋਇਆ। ਉਹ ਨਿਯਮ ਨੂੰ ਚਲਾਉਣ ਵਾਲੀ ਸ਼ਕਤੀ ਜਿਹੜੀ ਆ, ਉਹ ਪਰਮ ਸ਼ਕਤੀ, ਉਹਨੂੰ ਰੱਬ ਕਹਿ ਸਕਦੇ ਹਾਂ। ਅੱਛਾ, ਆਪਾਂ ਹੁਣ ਇਸ ਕਿਤਾਬ ਵੱਲ ਹੀ ਮੁੜਦੇ ਹਾਂ ਜੀ। ਇਸ ਕਿਤਾਬ ਤੋਂ ਪਹਿਲਾਂ ਤੁਸੀਂ ਕਿੰਨੀਆਂ ਕਿਤਾਬਾਂ ਜਿਹੜੀਆਂ ਦੇ ਚੁੱਕੇ ਹੋ ਔਰ ਉਹਨਾਂ ਦੇ ਵਿਸ਼ੇ ਕੀ ਰਹੇ ਨੇ? ਇਹ ਚੌਥੀ ਕਿਤਾਬ ਹੈ। ਸਭ ਤੋਂ ਪਹਿਲਾਂ ਮੇਰੀ ਕਿਤਾਬ ਸੀਗੀ ਪਿੰਡਾਂ ਦੀਆਂ ਸਮੱਸਿਆਵਾਂ ਦੇ ਉੱਤੇ ਸੀ, ਡਾਇਰੈਕਟਰੀ ਕਮ ਬੁੱਕ। ਉਹ ਨਾਲ ਤਾਂ ਅਸੀਂ ਸਰਪੰਚਾਂ ਦੀ ਡਾਇਰੈਕਟਰੀ ਕੱਢੀ ਸੀ, ਅਤੇ ਵਿੱਚ ਪਿੰਡਾਂ ਦੀਆਂ ਜਿਹੜੀਆਂ ਸਮੱਸਿਆਵਾਂ ਸੀ ਉਹ ਸੀ। ਮੈਂ ਅਤੇ ਹਰਪ੍ਰੀਤ ਸਿੱਧੂ ਨੇ ਉਹ ਕਿਤਾਬ ਮਿਲ ਕੇ ਲਿਖੀ ਸੀ। ਫਿਰ ਸਾਡੇ ਪਿੰਡ ਦੇ ਇੱਕ ਆਜ਼ਾਦੀ ਘੁਲਾਟੀਏ ਸਨ, ਮਾਸਟਰ ਤਾਰਾ ਸਿੰਘ ਟਿੱਕਾ, ਉਹਨਾਂ ਦੀ ਜੀਵਨੀ ਦੇ ਉੱਤੇ ਇੱਕ ਕਿਤਾਬਚਾ ਮੈਂ ਜਿਹੜਾ ਉਹ ਛਾਪਿਆ ਸੀ, ਅਤੇ ਇਹ ਚੌਥੀ ਕਿਤਾਬ ਹੈ। ਉਸ ਤੋਂ ਪਹਿਲਾਂ ਮੈਂ ਇੱਕ ਨਾਵਲ ਹਰਾਮਖੋਰ ਜਿਹੜਾ
ਉਹ ਛਾਪਿਆ ਸੀਗਾ, ਪਰ ਉਹਨਾਂ ਦੀ ਇੰਨੀ ਚਰਚਾ ਨਹੀਂ ਹੋਈ। ਹਰਾਮਖੋਰ ਥੋੜਾ ਚਰਚਾ 'ਚ ਰਿਹਾ, ਤੇ ਇਹ 25 ਸਾਲ ਬਾਅਦ ਇਹ ਜਿਹੜੀ ਕਿਤਾਬ ਮੈਂ ਦੁਬਾਰਾ ਪ੍ਰਕਾਸ਼ਿਤ ਤੁਸੀਂ ਕਰਵਾਈ। ਇਹ ਵੀ ਲਿਖਿਆ ਕਿ ਇਹ ਜਿਹੜਾ ਮੈਂ ਇੱਕ ਆਰਟੀਕਲ ਹੈ ਜਿਹੜਾ 1995 ਦੇ ਵਿੱਚ ਲਿਖਿਆ ਸੀਗਾ ਜੀ ਜੀ। ਤੇ 1995 ਤੋਂ ਬਾਅਦ ਅੱਜ ਤੁਹਾਨੂੰ ਕੀ ਲੱਗਦਾ ਕਿ ਜਿਹੜਾ ਇਹ ਵਿਸ਼ਾ ਇਹਨੂੰ ਛੂਹਣ ਦੀ ਕੀ ਜ਼ਰੂਰਤ ਹੈ, ਰੱਬ, ਧਰਮ ਅਤੇ ਤਰਕਸ਼ੀਲ, ਅੱਜ ਦੇ ਸਮੇਂ ਦੇ ਵਿੱਚ ਇੰਨੇ ਸਾਲਾਂ ਬਾਅਦ? ਹਾਂ, ਕਾਫੀ ਸਾਲ ਪਹਿਲਾਂ ਜਿਵੇਂ ਤੁਸੀਂ ਪੜ੍ਹਿਆ ਹੀ ਆ, 95 ਦੇ ਵਿੱਚ ਮੈਂ ਇੱਕ ਆਰਟੀਕਲ ਲਿਖਿਆ ਸੀ ਚੜ੍ਹਦੀ ਕਲਾ ਅਖਬਾਰ ਦੇ ਵਿੱਚ, ਰੱਬ, ਧਰਮ ਤੇ ਤਰਕਸ਼ੀਲ। ਤਰਕਸ਼ੀਲ ਰੱਬ ਤੇ ਧਰਮ। ਉੱਥੇ ਬਹੁਤ ਜ਼ਿਆਦੀਆਂ ਚਿੱਠੀਆਂ ਆਈਆਂ, ਅੰਦਰ ਦੀ ਸਭ ਨੂੰ ਫੋਨ ਵੀ ਆਏ ਵੀ ਜਿਹੜੀ ਇਹ ਆਰਟੀਕਲ ਹੈ ਬਹੁਤ ਵਧੀਆ ਲਿਖਿਆ ਗਿਆ। ਡਾਕਟਰ SS ਸੋਜ ਜਿਹੜੇ ਮਹਿੰਦਰਾ ਕਾਲਜ ਦੇ ਪ੍ਰੋਫੈਸਰ ਸੀਗੇ, ਇੰਗਲਿਸ਼ ਨੋਵਲਿਸਟ ਸੀਗੇ, ਉਹ ਚੱਲ ਕੇ ਆਏ ਅਖਬਾਰ 'ਚ ਮੈਨੂੰ ਮਿਲਣ ਵਾਸਤੇ। ਉਹ ਕਹਿੰਦੇ ਵੀ ਬੇਟਾ ਤੂੰ ਬਹੁਤ ਵਧੀਆ ਲਿਖਿਆ ਤੇ ਇਹਦੇ 'ਤੇ ਕੋਈ ਕਿਤਾਬ ਵੀ ਲਿਖ। ਤਾਂ ਫਿਰ ਵਿੱਚ ਕਬੀਲਦਾਰੀਆਂ 'ਚ ਉਲਝੇ ਰਹੇ, ਤਾਂ ਆ ਜਦੋਂ ਹੁਣ ਸਰਬਜੀਤ ਔਖਲਾ ਦੇ ਨਾਲ ਚਰਚਾ ਹੋਈ ਤੇ ਮੈਂ ਸੋਚਿਆ ਕਿ ਇਹਦੇ 'ਤੇ ਕਿਉਂ ਨਾ ਕਿਤਾਬ ਲਿਖੀ ਜਾਵੇ। ਨਾਲੇ ਇਹਦੇ ਵਿੱਚ ਇਹ ਚੀਜ਼ ਵੀ ਆ ਕਿ ਜਿਹੜੇ ਲੋਕ ਇਹ ਪੜ੍ਹਨਗੇ ਉਹ ਅੰਧ ਵਿਸ਼ਵਾਸ ਤੋਂ ਪਰੇ ਹਟਣਗੇ। ਜਿਹੜਾ ਤੁਹਾਡਾ ਸਫ਼ਰ ਰਿਹਾ, ਇਹ ਵੀ ਚਾਹਾਂਗੇ ਦਰਸ਼ਕਾਂ ਦੇ ਨਾਲ ਆਪਾਂ ਗੱਲ ਕਰੀਏ। ਤੁਸੀਂ ਪੱਤਰਕਾਰੀ ਦੇ ਵਿੱਚ ਵੀ ਕੰਮ ਕੀਤਾ ਜੀ। ਕਿਸ ਅਖਬਾਰ ਦੇ ਵਿੱਚ, ਕਿੱਥੋਂ ਤੁਸੀਂ ਕੰਮ ਕਰਦੇ ਰਹੇ ਹੋ? ਸਭ ਤੋਂ ਪਹਿਲਾਂ ਤਾਂ ਮੈਂ ਚੜ੍ਹਦੀ ਕਲਾ ਅਖਬਾਰ ਦੇ ਵਿੱਚ ਕਈ ਸਾਲ ਤੱਕ ਐਜ਼ ਅ ਨਿਊਜ਼ ਐਡੀਟਰ ਕੰਮ ਕੀਤਾ। ਫਿਰ ਮੈਂ 1 ਸਾਲ ਤੱਕ ਅਜੀਤ ਅਖਬਾਰ ਦੇ ਰਿਪੋਰਟਰ ਵਜੋਂ ਕੰਮ ਕੀਤਾ, ਤੇ 7 ਕੁ ਸਾਲ ਮੈਂ ਚੜ੍ਹਦੀ ਕਲਾ ਟਾਈਮ TV ਦੇ ਚੀਫ ਕੋਆਰਡੀਨੇਟਰ ਦੇ ਤੌਰ ਤੇ ਕੰਮ ਕੀਤਾ ਜੀ। ਸਰ, ਇਹਦੇ ਨਾਲ ਤੁਸੀਂ ਕਿਹਾ ਕਿ ਵਿਸ਼ਾ ਤਾਂ ਛੂਹਣਾ ਪਿਆ ਕਿ ਅੰਧ ਵਿਸ਼ਵਾਸ ਆ ਜਿਹੜਾ ਉਹ ਲੋਕਾਂ ਦੇ ਸਾਹਮਣੇ ਆਵੇ, ਹੈ ਨਾ ਜੀ। ਪਰ ਇੱਕ ਤਾਂ ਕਲਚਰ ਵੀ ਰਿਹਾ, ਪੰਜਾਬੀ ਸੱਭਿਆਚਾਰ ਦਾ ਹਿੱਸਾ ਵੀ ਰਿਹਾ। ਪੰਜਾਬ ਦੇ ਵਿੱਚ ਸਿੱਖ ਹੋਣ ਜਾਂ ਕੋਈ ਵੀ ਧਰਮ ਦੇ ਲੋਕ ਹੋਣ, ਖਾਸ ਤੌਰ 'ਤੇ ਸਿੱਖਾਂ ਦੇ ਘਰਾਂ ਦੇ ਵਿੱਚ ਇਹ ਕਲਚਰ ਰਿਹਾ ਗਾ ਕਿ ਪਿੰਡਾਂ ਦੇ ਵਿੱਚ ਜਿਹੜਾ ਜਦੋਂ ਕਿਸੇ ਦਾ ਹੋਰ ਧਰਮ ਦਾ ਤਿਉਹਾਰ ਹੁੰਦਾ ਉਹ ਵੀ ਮਨਾ ਲਿਆ ਜਾਂਦਾ। ਕੰਜਕਾਂ ਦੀ ਪੂਜਾ ਹੋ ਜਾਂਦੀ ਹੈ, ਗੁੱਗੇ ਦੀ ਪੂਜਾ ਪਿੰਡਾਂ ਦੇ ਵਿੱਚ ਹੁੰਦੀ ਹੈ, ਵਡੇਰਿਆਂ ਨੂੰ ਪੂਜਣ ਦੀ ਪਰੰਪਰਾ ਹੈ, ਮੱਟੀਆਂ ਸਮਾਧਾਂ ਪਿੰਡਾਂ ਦੇ ਵਿੱਚ ਹਜੇ ਵੀ ਖੇਤਾਂ ਦੇ ਵਿੱਚ ਲੋਕਾਂ ਦੇ ਬਣੀਆਂ ਹੋਈਆਂ ਨੇ। ਇਸ ਤਰ੍ਹਾਂ ਦੇ ਬਹੁਤ ਸਾਰੇ ਕਲਚਰ ਨੇ। ਪੀਰਾਂ ਦੀਆਂ ਦਰਗਾਹਾਂ ਨੇ ਹਰ ਪਿੰਡ ਦੇ ਵਿੱਚ, ਉੱਥੇ ਹਰ ਸਾਲ ਮੇਲਾ ਲੱਗਦਾ। ਇੱਕ ਸੱਭਿਆਚਾਰਕ ਪੱਖ ਤੋਂ ਵੀ ਉਹਨਾਂ ਦੀ ਅਲੱਗ ਮਹੱਤਤਾ ਰਹੀ ਹੈ। ਤੇ ਉਹਨਾਂ ਚੀਜ਼ਾਂ ਨੂੰ ਅੰਧ ਵਿਸ਼ਵਾਸ ਦੇ ਨਾਲ ਜਾਂ ਅੰਧ ਵਿਸ਼ਵਾਸ ਦੇ ਵਿੱਚ ਕਿਹੜੇ ਪੈਰਾਮੀਟਰ ਆ ਜਿਹੜੇ ਤੁਸੀਂ ਕਹਿੰਦੇ ਇਹ ਜਿਹੜੇ ਤੁਸੀਂ ਕਲਚਰ ਕਹਿ ਰਹੇ ਹੋ, ਪੁਜਾਰੀ ਨੇ ਇਹਨੂੰ ਕਲਚਰ ਦੇ ਵਿੱਚ ਵਾੜ ਦਿੱਤਾ। ਇਹ ਸਾਰੀ ਪੁਜਾਰੀ ਦੀ ਇੱਕ ਖੋਜ ਹੈ। ਪੁਜਾਰੀ ਨੇ ਇੱਕ ਰੱਬ ਪੈਦਾ ਕੀਤਾ। ਹੁਣ ਜਿਹੜੇ ਰੱਬ ਦੀ ਆਪਾਂ ਗੱਲ ਕਰ ਰਹੇ ਹਾਂ, ਆਪਾਂ ਗੁਰੂ ਨਾਨਕ ਦੇਵ ਜੀ ਵਾਲੇ ਰੱਬ ਦੀ ਗੱਲ ਕਰ ਰਹੇ ਹਾਂ ਕਿ ਉਹ ਹੋਂਦ ਹੈ। ਉਹਨਾਂ ਨੇ ਕਿਹਾ ਇੱਕ ਓਂਕਾਰ, ਉਹ ਇੱਕ ਹੈ, ਤੇ ਓਂਕਾਰ ਨੂਰ ਉਹਦਾ ਜਿਹੜਾ ਆ ਉਹਦੇ ਨਾਲ ਸਾਰਾ ਸੰਸਾਰ ਬਣਿਆ ਹੋਇਆ। ਓਂਕਾਰ ਸ਼ਬਦ ਦੇ ਨਾਲ ਕੀਤਾ ਪਸਾਓ ਏਕੋ ਕਵਾਓ ਤਿਸਤੇ ਹੋਏ ਲੱਖ ਦਰਿਆਓ। ਉਹ ਕਹਿੰਦੇ ਵੀ ਇੱਕ ਸ਼ਬਦ ਤੋਂ ਸਾਰਾ ਸੰਸਾਰ ਬਣਿਆ। ਤਾਂ ਉਹ ਸ਼ਬਦ ਓਂਕਾਰ ਸ਼ਬਦ ਜਿਹੜਾ ਆ, ਇੱਕ ਓਂਕਾਰ ਉਹ ਆ। ਉਹ ਫਿਰ ਕਹਿੰਦੀ ਬਾਣੀ ਕਹਿੰਦੀ ਹੈ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ। ਇੱਕ ਜੋਤ ਸਰੂਪ ਹੈ, ਅਸੀਂ ਜੋ ਹਾਂ ਉਹ ਜੋਤ ਸਰੂਪ ਹਾਂ। ਤਾਂ ਫਿਰ ਅੱਗੇ ਇੱਕ ਸ਼ਬਦ ਆਉਂਦਾ ਜਾਤ ਮੈਂ ਜੋਤ, ਜੋਤ ਮੈਂ ਜਾਤਾ। ਜੋਤ ਦੇ ਵਿੱਚ ਉਹ ਪਰਮਾਤਮਾ ਹੀ ਆ, ਤੇ ਪਰਮਾਤਮਾ ਦਾ ਰੂਪ ਅਸੀਂ ਹਾਂ। ਹਾਲਾਂਕਿ ਸਾਡੀ ਜਿਹੜੀ ਪ੍ਰੋਗਰਾਮਿੰਗ ਹੈ, ਸਾਡੇ ਸੰਸਕਾਰਾਂ ਕਰਕੇ ਜਾਂ ਸਾਡੇ ਕਰਮਾਂ ਕਰਕੇ ਸਾਡੇ ਮਾਈਂਡ ਦੀ ਪ੍ਰੋਗਰਾਮਿੰਗ ਗਲਤ ਹੋ ਜਾਂਦੀ ਆ। ਉਹਦੇ ਕਰਕੇ ਅਸੀਂ ਗਲਤ ਰਸਤਿਆਂ 'ਤੇ ਚੱਲਦੇ ਹਾਂ। ਬਟ ਅਸੀਂ ਖੁਦ ਰੱਬ ਹੀ ਹਾਂ, ਰੱਬ ਦਾ ਅੰਸ਼ ਹਾਂ। ਉਹਦੇ ਰੱਬ ਤੇ ਤੁਹਾਡੇ 'ਚ ਕੋਈ ਫਰਕ ਨਹੀਂ। ਤੁਸੀਂ ਵੀ ਜੋਤ ਹੋ ਤਾਂ ਉਹ ਇੱਕ ਵੱਡੀ ਜੋਤ ਆ। ਤੁਸੀਂ ਆਤਮਾ ਹੋ ਤੇ ਉਹ ਪਰਮਾਤਮਾ ਹੈ, ਪਰਮ ਆਤਮਾ। ਇਹ ਫਰਕ ਹੈ। ਤੇ ਜਿਹੜੀ ਤੁਸੀਂ ਇਹ ਕਲਚਰ ਦੀ ਗੱਲ ਕੀਤੀ ਆ, ਕਲਚਰ ਦੇ ਵਿੱਚ ਜਦੋਂ ਆਦਿ ਮਾਨਵ ਤੋਂ ਬਾਅਦ ਜਦੋਂ ਵਿਕਸਿਤ ਹੋਇਆ ਮਨੁੱਖ, ਤੇ ਉਦੋਂ ਤੋਂ ਹੀ ਜਿਹੜਾ ਪੁਜਾਰੀ ਜਮਾਤ ਜਿਹੜੀ ਆ ਉਹ ਪੈਦਾ ਹੋ ਗਈ। ਕਿਉਂਕਿ ਜਦੋਂ ਰੱਬ ਬਾਅਦ 'ਚ ਲਿਆਂਦਾ ਇਹਨਾਂ ਨੇ, ਜਿਹੜਾ ਰੱਬ ਇਹਨਾਂ ਨੇ ਪੁਜਾਰੀ ਨੇ ਪੈਦਾ ਕੀਤਾ ਉਹ ਬਾਅਦ 'ਚ ਪੈਦਾ ਹੋਇਆ। ਰੱਬ ਤੋਂ ਪਹਿਲਾਂ ਧਰਮ ਆ ਗਿਆ। ਜਦੋਂ ਅੱਗ ਲੱਗਦੀ ਸੀ, ਬਿਜਲੀ ਡਿੱਗਦੀ ਸੀ, ਤਾਂ ਉਹਨੂੰ ਦੇਵੀ ਸ਼ਕਤੀ ਸਮਝਦੇ ਸੀ। ਤੇ ਉਹ ਅੱਗ ਦੀ ਪੂਜਾ, ਪਾਣੀ ਦੀ ਪੂਜਾ, ਦਰਿਆਵਾਂ ਦੀ ਪੂਜਾ, ਦਰਖਤਾਂ ਦੀ ਪੂਜਾ ਸ਼ੁਰੂ ਹੋ ਗਈ। ਉਹਨਾਂ ਨੂੰ ਦੇਵਤਿਆਂ ਦੇ ਰੂਪ ਵਿੱਚ ਪੂਜਿਆ ਜਾਣ ਲੱਗ ਪਿਆ। ਜਦੋਂ ਲੋਕਾਂ ਨੇ ਉਹਨਾਂ ਦੇਵਤਿਆਂ ਦੀ ਪੂਜਾ ਦੇ ਵਿੱਚ ਚੜਾਵੇ ਚੜਾਉਣੇ ਸ਼ੁਰੂ ਕਰ ਦਿੱਤੇ, ਤਾਂ ਉਹਨਾਂ ਨੇ ਜਿਹੜੇ ਪੁਜਾਰੀ ਜਮਾਤ ਆ ਉਹਨਾਂ ਨੇ ਇਹਨੂੰ ਇੱਕ ਵਧੀਆ ਬਿਜ਼ਨਸ ਬਣਾ ਲਿਆ। ਹੌਲੇ ਹੌਲੇ ਚੱਲਦੇ
ਕਿੱਥੇ ਪਹੁੰਚ ਗਏ ਕਿ ਕਿੰਨੇ ਅੰਧ ਵਿਸ਼ਵਾਸ ਜੋੜ ਦਿੱਤੇ ਗਏ। ਇਹ ਇਕੱਲੇ ਹਿੰਦੂ ਧਰਮ 'ਚ ਹੀ ਨਹੀਂ ਅੰਧ ਵਿਸ਼ਵਾਸ, ਸਿੱਖ ਧਰਮ ਦੇ ਵਿੱਚ ਵੀ ਆ, ਮੁਸਲਿਮ ਵੀ ਜਿਹੜੇ ਨੇ ਉਹ ਵੀ ਹਰ ਧਰਮ ਦੇ ਵਿੱਚ ਅੰਧ ਵਿਸ਼ਵਾਸ ਪੁਜਾਰੀ ਨੇ ਜੋੜ ਦਿੱਤਾ। ਹਿੰਦੂ ਧਰਮ ਦੇ ਵਿੱਚ ਤਾਂ ਇੱਥੋਂ ਤੱਕ ਅੰਧ ਵਿਸ਼ਵਾਸ ਆਇਆ ਕਿ ਦੇਵਦਾਸੀਆਂ ਜਿਹੜੀਆਂ ਕੁਆਰੀਆਂ ਕੁੜੀਆਂ ਨੂੰ ਮੰਦਿਰ 'ਚ ਚੜਾ ਦਿੱਤਾ ਜਾਂਦਾ ਰਿਹਾ। ਫਿਰ ਹੋਰ ਕਿਸੇ ਨਾ ਕਿਸੇ ਤਰ੍ਹਾਂ ਦੀਆਂ ਬਲੀਆਂ ਦਿੱਤੀਆਂ ਜਾਣ ਲੱਗ ਗਈਆਂ, ਨਰ ਬਲੀ ਤੱਕ ਦਿੱਤੀ ਜਾਂਦੀ ਰਹੀ, ਬੰਦੇ ਦੀ ਬਲੀ ਚੜਾ ਦਿੱਤੀ ਜਾਣ ਲੱਗ ਪਈ। ਉਹ ਸਾਰਾ ਇੱਕ ਪੁਜਾਰੀ ਦੀ ਖੋਜ ਸੀ, ਜਿਹਨੂੰ ਤੁਸੀਂ ਕਲਚਰ ਕਹਿ ਰਹੇ ਹੋ, ਉਹ ਕਲਚਰ ਨਹੀਂ ਹੈ। ਜਿੱਥੋਂ ਚੀਜ਼ਾਂ ਸ਼ੁਰੂ ਹੋਈਆਂ, ਜਦੋਂ ਗੱਲ ਹੜੱਪਾ ਸੱਭਿਅਤਾ ਵੀ ਅਸੀਂ ਪੁਰਾਤਨ ਸਮਿਆਂ ਦੇ ਵਿੱਚ ਜਦੋਂ ਜਾਵਾਂਗੇ ਉਦੋਂ ਲੜੀ ਜਿਹੜੀ ਲੰਬੀ ਚੱਲੀ ਆ ਰਹੀ ਆ, ਇਹ ਸਾਰੀ ਪੁਜਾਰੀ ਦੀ ਪੈਦਾ ਕੀਤੀ ਹੋਈ ਆ। ਪੁਜਾਰੀ ਨੂੰ ਕਮਾਈ ਹੋਣ ਲੱਗ ਗਈ ਤਾਂ ਅੱਗੇ ਆ ਕੇ ਜਿਵੇਂ ਜਿਵੇਂ ਸਿਸਟਮ ਬਦਲਦਾ ਗਿਆ, ਮਨੁੱਖ ਤਰੱਕੀ ਕਰਦਾ ਗਿਆ, ਉਵੇਂ ਉਵੇਂ ਪੁਜਾਰੀ ਵੀ ਜਿਹੜਾ ਆ ਉਹ ਤਰੱਕੀ ਕਰਦਾ ਗਿਆ। ਤੇ ਫਿਰ ਜਦੋਂ ਰਾਜ ਦਾ ਸਿਸਟਮ ਆਇਆ, ਉੱਥੇ ਪੋਲੀਟਿਕਸ, ਜਦੋਂ ਪੋਲੀਟੀਕਲੀ ਜਿਹੜੇ ਲੋਕ, ਉਹ ਇੱਕ ਸਿਸਟਮ ਅਲੱਗ ਬਣ ਗਿਆ। ਉੱਥੇ ਫਿਰ ਸੱਤਾਧਾਰੀ, ਪੁਜਾਰੀ ਤੇ ਮਾਇਆਧਾਰੀ, ਇਹਨਾਂ ਦਾ ਗੱਠਜੋੜ ਹੋ ਗਿਆ। ਸੱਤਾਧਾਰੀਆਂ ਨੂੰ ਲੋੜ ਹੈ ਪੁਜਾਰੀ ਦੀ, ਵੋਟਾਂ ਲੈਣੀਆਂ ਨੇ, ਜਿਹੜਾ ਪੁਜਾਰੀ ਦੇ ਨਾਲ ਲੋਕ ਜੁੜੇ ਨੇ ਉਹ ਇੰਨੇ ਅੰਧ ਵਿਸ਼ਵਾਸੀ ਹੁੰਦੇ ਨੇ ਕਿ ਉਹਦੇ ਵਾਸਤੇ ਮਰਨ ਮਰਾਉਣ ਲਈ ਵੀ ਤਿਆਰ ਹੋ ਜਾਂਦੇ ਨੇ। ਅਗਰ ਪੁਜਾਰੀ ਇੱਕ ਆਵਾਜ਼ ਮਾਰਦਾ ਤੇ ਉਹਦੇ ਨਾਲ ਉਹ ਲੱਖਾਂ ਲੋਕ ਖੜੇ ਹੋ ਜਾਂਦੇ ਨੇ। ਤੁਸੀਂ ਵੇਖਿਆ ਆ, ਮੈਂ ਕਿਸੇ ਦਾ ਨਾਂ ਨਹੀਂ ਲੈਣਾ ਚਾਹੁੰਦਾ, ਹੁਣ ਹਾਲ ਹੀ ਦੇ ਵਿੱਚ ਕਈ ਚੀਜ਼ਾਂ ਵਾਪਰੀਆਂ ਨੇ, ਪੁਜਾਰੀ ਦੇ ਨਾਲ ਲੱਖਾਂ ਲੋਕ ਖੜੇ ਹੁੰਦੇ ਨੇ। ਤੇ ਜਿਹੜਾ ਸੱਤਾਧਾਰੀ ਹੈ ਜਾਂ ਜਿਹੜਾ ਰਾਜਨੀਤੀ ਦੇ ਵਿੱਚ ਹੈ ਲੋਕ ਜਿਹੜੇ ਨੇ, ਉਹਨਾਂ ਨੂੰ ਲੋੜ ਹੈ ਪੁਜਾਰੀ ਦੀ ਤੇ ਮਾਇਆਧਾਰੀ ਦੀ, ਕਿਉਂਕਿ ਪੈਸਾ ਚਾਹੀਦਾ। ਇਹਨਾਂ ਤਿੰਨਾਂ ਦਾ ਗੱਠਜੋੜ ਹੋਇਆ। ਤਿੰਨਾਂ ਦੇ ਗੱਠਜੋੜ ਦੇ ਨਾਲ ਅੱਗੇ ਸਾਡਾ ਸਿਸਟਮ ਅੰਧ ਵਿਸ਼ਵਾਸ ਦੇ ਵਿੱਚ ਗਰਕਦਾ ਗਿਆ, ਕਿਉਂਕਿ ਇਹਨੂੰ ਅੰਧ ਵਿਸ਼ਵਾਸ ਤੋਂ ਬਾਹਰ ਕੱਢਣ ਲਈ ਹਾਲਾਂਕਿ ਕਾਨੂੰਨ ਹੈ ਸਾਡੇ ਸੰਵਿਧਾਨ ਦੇ ਵਿੱਚ, ਪਰ ਉਹ ਕਾਨੂੰਨ ਨੂੰ ਲਾਗੂ ਨਹੀਂ ਕੀਤਾ ਜਾਂਦਾ ਅੰਧ ਵਿਸ਼ਵਾਸ ਦੇ ਖਿਲਾਫ। ਖੈਰ ਸਰ, ਇਹਦੇ ਤੇ ਵੀ ਆਉਣਾ ਚਾਹਾਂਗਾ ਮੈਂ। ਅੱਜ ਕੱਲ੍ਹ ਬਹੁਤ ਸਾਰੇ ਲੋਕਾਂ ਨੂੰ ਇਹ ਵੀ ਕਿਹਾ ਜਾਂਦਾ ਕਿ ਤੁਹਾਡੀਆਂ ਬਿਮਾਰੀਆਂ ਸੈੱਟ ਹੋ ਜਾਣੀਆਂ, ਤੁਸੀਂ ਠੀਕ ਹੋ ਜਾਓਗੇ, ਤੁਸੀਂ ਆਓ, ਹੈ ਨਾ। ਪਰ ਖੁਦ ਪਿੱਛੇ ਜੇ ਖਬਰ ਨਿਕਲ ਕੇ ਆਈ ਸੀ ਕਿ ਖੁਦ ਉਹ ਜਿਹੜੇ ਖਾਸ ਤੌਰ 'ਤੇ ਪੰਜਾਬ ਦੇ ਵਿੱਚ ਇਹ ਕੀਤਾ ਜਾ ਰਿਹਾ ਇੱਕ ਭਾਈਚਾਰੇ ਦੇ ਲੋਕਾਂ ਨਾਲ, ਜਿਹੜਾ ਜਾਂ ਇੱਕ ਉਹ ਕਹਿੰਦੇ ਨੇ ਕਿ ਅਸੀਂ ਵੀ ਧਾਰਮਿਕ ਹਾਂ ਜੀ, ਤੇ ਖੈਰ ਉਹ ਆਪਣੇ ਧਰਮ ਦੀ ਵੀ ਕਹਿੰਦੇ ਨੇ ਕਿ ਅਸੀਂ ਤਾਂ ਧਾਰਮਿਕ ਉਹਦੇ ਤੌਰ 'ਤੇ ਆਸਥਾ ਰੱਖਦੇ ਹਾਂ ਆਪਣੇ ਧਰਮ ਦੇ ਵਿੱਚ। ਚਲੋ ਉਹ ਉਹਨਾਂ ਦੀ ਆਜ਼ਾਦੀ ਹੈ, ਉਹ ਰੱਖਦੇ ਨੇ, ਪਰ ਕੀ ਲੱਗਦਾ ਇਹ ਅੰਧ ਵਿਸ਼ਵਾਸ ਨਹੀਂ ਕੋਈ ਕਿਸੇ ਦੀ ਬਿਮਾਰੀ ਕਿਵੇਂ ਠੀਕ ਕਰ ਸਕਦਾ? ਕਿਉਂਕਿ ਖੁਦ ਕਈਆਂ ਦੇ ਬੱਚੇ ਆਪਦੇ ਪੀੜਤ ਨੇ, ਪਰ ਉਸ ਸੰਦੇਸ਼ ਹੋਏ ਦੇ ਰਹੇ ਨੇ ਕਿ ਤੁਸੀਂ ਬਹੁਤ ਜ਼ਿਆਦਾ ਤੁਹਾਨੂੰ ਠੀਕ। ਇੱਥੇ ਦੋ ਤਰ੍ਹਾਂ ਦੀਆਂ ਗੱਲਾਂ ਨੇ। ਇੱਕ ਤਾਂ ਜਿਹੜੀ ਝੂਠੀ ਬਿਮਾਰੀ, ਉਹ ਝੂਠ ਨਾਲ ਖਤਮ ਹੋ ਜਾਂਦੀ ਆ। ਜਿਹੜਾ ਇੱਕ ਮਨੋ ਰੋਗ ਆ, ਬੰਦੇ ਦੇ ਅੰਦਰ ਵਹਿਮ ਪੈ ਗਿਆ, ਅਗਰ ਉਹਨੂੰ ਝੂਠ ਵੀ ਬੋਲ ਦਿੱਤਾ ਜਾਂਦਾ ਤਾਂ ਉਹ ਝੂਠ ਦੇ ਨਾਲ ਠੀਕ ਹੋ ਜਾਂਦਾ। ਬਟ ਜਿਹੜੀ ਅਸਲ ਬਿਮਾਰੀ ਆ ਉਹ ਠੀਕ ਨਹੀਂ ਹੁੰਦੀ। ਤੁਸੀਂ ਇੱਕ ਚੀਜ਼ ਤੋਂ ਧਿਆਨ ਰੱਖੋ, ਜਿੰਨੇ ਡੇਰਿਆਂ ਤੇ ਜਾਣ ਵਾਲੇ ਲੋਕ ਨੇ, ਜਿੰਨੇ ਬਾਬਿਆਂ ਨੂੰ ਮੰਨਣ ਵਾਲੇ ਲੋਕ ਨੇ, ਉਹ ਜ਼ਿਆਦਾ ਦੁਖੀ ਹੁੰਦੇ ਨੇ। ਨਾਸਤਿਕ ਬੰਦੇ ਨੂੰ ਤੁਸੀਂ ਦੁਖੀ ਨਹੀਂ ਦੇਖੋਗੇ, ਬਿਮਾਰ ਨਹੀਂ ਦੇਖੋਗੇ, ਉਹ ਫਿੱਟ ਹੋਏਗਾ ਬਿਲਕੁਲ। ਨਾਸਤਿਕ ਬੰਦਾ ਜਿਹੜਾ, ਹਾਲਾਂਕਿ ਮੈਂ ਨਾਸਤਿਕ ਨਹੀਂ ਹਾਂ, ਪਰ ਨਾਸਤਿਕ ਬੰਦੇ ਜਿਹੜੇ ਨੇ ਧਾਰਮਿਕ ਲੋਕਾਂ ਨਾਲੋਂ ਜ਼ਿਆਦਾ ਫਿੱਟ ਨੇ, ਉਹਨਾਂ ਨੂੰ ਕੋਈ ਦੁੱਖ ਨਹੀਂ ਹੈ। ਜਿੰਨੇ ਬਾਬਿਆਂ ਦੇ ਡੇਰਿਆਂ ਤੇ ਜਾਂਦੇ ਨੇ, ਜਿੰਨੇ ਅੰਧ ਵਿਸ਼ਵਾਸੀ ਲੋਕ ਨੇ, ਜਾਂ ਅਖੌਤੀ ਧਰਮਾਂ ਨੂੰ ਮੰਨਣ ਵਾਲੇ ਲੋਕ, ਜਾਂ ਜਿਹੜਾ ਰੱਬ ਪੁਜਾਰੀ ਨੇ ਪੈਦਾ ਕੀਤਾ ਨਰਕ ਸਵਰਗ ਵਾਲਾ, ਵੀ ਇੱਕ ਸਵਰਗਾਂ 'ਚ ਬੈਠਾ ਹੋਇਆ ਰੱਬ ਫੈਸਲੇ ਕਰ ਰਿਹਾ, ਉਸ ਰੱਬ ਨੂੰ ਮੰਨਣ ਵਾਲੇ ਲੋਕ ਦੁਖੀ ਕਿੰਨੇ ਨੇ? ਅਗਰ ਉੱਥੋਂ ਉਹਨਾਂ ਨੂੰ ਕੁਛ ਮਿਲ ਰਿਹਾ ਤਾਂ ਫਿਰ ਸੁਖੀ ਹੋਣੇ ਚਾਹੀਦੇ ਹਨ। ਅੰਧ ਵਿਸ਼ਵਾਸ ਦੀ ਤੁਸੀਂ ਜਿਹੜੀ ਇਹ ਗੱਲ ਕੀਤੀ ਕਿ ਉੱਥੋਂ ਮਿਲਦਾ, ਇਹ ਇਕੱਲਾ ਇੱਕ ਧਰਮ 'ਚ ਨਹੀਂ, ਸਿੱਖਾਂ ਦੇ ਕਈ ਗੁਰਦੁਆਰਿਆਂ ਦੇ ਵਿੱਚ ਜੀ ਉਸ ਤਲਾਬ ਤੋਂ ਪਾਣੀ ਭਰ ਲਿਆਓ, ਤੁਹਾਡੀ ਬਿਮਾਰੀ ਠੀਕ ਹੋ ਜਾਏਗੀ। ਇੱਕ ਬੰਦੇ ਨੂੰ ਕੈਂਸਰ ਹੈ, ਕੈਂਸਰ ਜਿਹੜਾ ਆ ਉਹਦੇ ਜਿਹੜੀ ਹੀਲਿੰਗ ਹੈ ਜਾਂ ਉਹਨੂੰ ਜਿਹੜਾ ਕਿਉਰ ਕਰਨਾ ਆ, ਉਹ ਇੱਕ ਸਿਸਟਮ ਨਾਲ ਕਿਉਰ ਹੋਣਾ ਨਾ, ਕੈਂਸਰ ਕਿਸੇ ਚੀਜ਼ ਹੋਰ ਚੀਜ਼ ਨਾਲ ਨਹੀਂ। ਤੇ ਕਈਆਂ ਥਾਵਾਂ 'ਤੇ ਕਹਿੰਦੇ ਜੀ ਇਸ ਨਲਕੇ ਦਾ ਪਾਣੀ ਜਿਹੜਾ ਆ ਉਹ ਪੀ ਲਓ, ਉਹਦੇ ਨਾਲ ਬਿਮਾਰੀਆਂ ਠੀਕ ਹੋ ਜਾਣਗੀਆਂ। ਕਈ ਥਾਵਾਂ 'ਤੇ ਕੋਈ ਸਵਾਹ ਦੀ ਜਿਹੜੀ ਪੂੜੀ ਦੇ ਦਿੱਤੀ ਜਾਂਦੀ, ਸਵਾਹ ਖਾ ਲਓ, ਉਹਦੇ ਨਾਲ ਤੁਸੀਂ ਠੀਕ ਹੋ ਜਾਓਗੇ। ਇਹ ਟੋਟਲੀ ਅੰਧ ਵਿਸ਼ਵਾਸ ਹੈ, ਪੁਜਾਰੀ ਦਾ ਪੈਦਾ ਕੀਤਾ। ਜੇ ਉਹਨਾਂ ਨੂੰ ਸਹਾਰਾ ਚਾਹੀਦਾ, ਉਸ ਇੱਕ ਮਾਨਸਿਕ ਤੌਰ 'ਤੇ ਵੀ ਇੱਕ ਜੇ ਉਹਨਾਂ ਨੂੰ ਸਹਾਰਾ ਉੱਥੇ ਕੋਈ ਦੇ ਰਿਹਾ ਤਾਂ ਲੋਕ ਉਹਦੇ ਨਾਲ ਜੁੜ ਜਾਂਦੇ ਨੇ। ਵੇਖਿਆ ਪੰਜਾਬ ਦੇ ਵਿੱਚ ਡੇਰਾਵਾਦ ਵਧਣ ਦਾ ਕਾਰਨ ਵੀ ਇਹ ਹੈ ਕਿ ਉਹ ਡੇਰਾਵਾਦ ਤੋਂ ਲੈ ਕੇ ਹੁਣ ਕਿੱਥੋਂ ਤੱਕ ਪੰਜਾਬ ਦਾ ਜਿਹੜਾ ਉਹ ਖੜਾ ਹੈ ਕਿ ਧਰਮ ਬਦਲਣ ਤੱਕ ਦੀਆਂ ਗੱਲਾਂ ਨੇ ਜਿਹੜੀਆਂ ਲੋਕਾਂ। ਜਿਹੜਾ ਤੁਸੀਂ ਕਹਿੰਦੇ ਹੋ ਨਾ ਮਨੋ ਰੋਗ ਹੈ, ਮਨੋ ਰੋਗ ਮੈਂ ਤੁਹਾਨੂੰ ਇੱਕ ਇਰਾਦੇ ਨਾਲ ਕਹਿ ਦਿੱਤਾ ਵੀ ਜਾਓ ਤੁਸੀਂ ਠੀਕ ਹੋ ਜਾਓਗੇ। ਤੁਹਾਡਾ ਜਿਹੜਾ ਸਬਕੌਂਸ਼ੀਅਸ ਮਾਈਂਡ ਹੈ ਉਹਨੇ ਉਸ ਗੱਲ ਨੂੰ ਮੰਨ ਲਿਆ, ਕਿਉਂਕਿ ਉਹ ਕੰਮ ਕਰ ਰਹੀ ਉਹ ਚੀਜ਼, ਉਹ ਕੰਮ ਕਰ ਰਿਹਾ। ਸਬਕੌਂਸ਼ੀਅਸ ਮਾਈਂਡ ਉਹਨੇ ਉਹਨੂੰ ਮੰਨ ਲਿਆ ਵੀ ਮੈਂ ਠੀਕ ਹੋ ਚੁੱਕਾ। ਜਦੋਂ ਤੁਸੀਂ
ਆਪਣੇ ਆਪ ਹੀ ਮੰਨ ਲੈਂਦੇ ਹੋ ਕਿ ਹੁਣ ਮੈਂ ਠੀਕ ਹੋ ਰਿਹਾ, ਤੇ ਜਿਹੜਾ ਸਬਕੌਂਸ਼ੀਅਸ ਮਾਈਂਡ ਆ ਉਹ ਉਹਦੇ ਤੇ ਕੰਮ ਕਰਨਾ ਸ਼ੁਰੂ ਕਰ ਦਿੰਦਾ, ਉਹਨੂੰ ਠੀਕ ਕਰਨ ਲੱਗ ਪੈਂਦਾ। ਇਹਦੇ ਵਿੱਚ ਜਿਹੜਾ ਕੋਈ ਬਾਬਾ ਆ ਉਹਦਾ ਕੋਈ ਲੈਣਾ ਦੇਣਾ ਨਹੀਂ, ਤੁਹਾਡੇ ਭਰੋਸੇ ਦੀ ਗੱਲ ਆ। ਬਾਬੇ ਦੇ ਨਾਲ ਜਿਹੜਾ ਬਾਬਾ ਆ ਉਹ ਭਾਵੇਂ ਜਿੰਨਾ ਮਰਜ਼ੀ ਨਿਕੰਮਾ ਹੋਵੇ, ਬਲਾਤਕਾਰੀ ਹੋਵੇ, ਕਾਤਲ ਹੋਵੇ, ਉਹਦੇ ਕੋਲ ਜਾਣ ਵਾਲੇ ਬੰਦੇ ਵੀ ਕਈ ਵਾਰੀ ਠੀਕ ਹੋ ਜਾਂਦੇ ਨੇ। ਕਾਰਨ ਕੀ ਹੈ ਕਿ 100% ਭਰੋਸਾ ਹੋ ਜਾਂਦਾ। 100% ਭਰੋਸਾ ਜਿਹੜਾ ਉਹ ਤੁਹਾਡੇ ਸਬਕੌਂਸ਼ੀਅਸ ਮਾਈਂਡ ਦੇ ਵਿੱਚ ਜਾ ਕੇ ਰਿਕਾਰਡ ਹੁੰਦਾ, ਉਹ ਚੀਜ਼ਾਂ ਕੰਮ ਕਰਦੀਆਂ। ਉਹ ਚੀਜ਼ਾਂ ਕੰਮ ਕਰਦੀਆਂ। ਅੱਛਾ, ਇੱਕ ਇਹ ਮੈਂ ਤੁਹਾਡੇ ਤੋਂ ਸਵਾਲ ਲੈਣਾ ਚਾਹੂੰਗਾ ਕਿ ਬਹੁਤ ਸਾਰੇ ਲੋਕ ਆ ਕਿ ਉਹਨਾਂ ਨੂੰ ਕਿਸੇ ਨਾ ਕਿਸੇ ਧਰਮ ਦੀ ਜਾਂ ਧਰਮ ਦੇ ਰਾਹੀਂ ਜਿਹੜਾ ਰੱਬ ਦੇ ਸਹਾਰੇ ਦੀ ਲੋੜ ਤਾਂ ਹੈ ਨਾ, ਉਹ ਮੰਨਦੇ ਨੇ ਕਿ ਇੱਕ ਉਹਨਾਂ ਦਾ ਧਰਮ ਦੇ ਵਿੱਚ ਚਲੋ ਇੱਕ ਆਸਥਾ ਹੋ ਸਕਦੀ ਹੈ, ਤੇ ਰੱਬ ਨਾਮ ਦੀ ਜਿਹੜੀ ਤਾਕਤ, ਅਸੀਂ ਸੈਂਟਰਲ ਪਾਵਰ ਦੀ ਗੱਲ ਕਰ ਰਹੇ ਹਾਂ, ਕਿ ਉਹ ਇੱਕ ਤਾਕਤ ਦੀ ਉਹਨੂੰ ਜ਼ਰੂਰਤ ਹੈ ਨਾ, ਵੀ ਕੋਈ ਹਾਂ ਹੈ ਜੋ ਚੀਜ਼ਾਂ ਨੂੰ ਡਰਾਈਵ ਕਰ ਰਿਹਾ, ਜਾਂ ਉਹ ਇੱਕ ਸਹਾਰਾ ਮੰਗਦਾ ਜਾਂ ਮਨੁੱਖ ਹੈ, ਤਾਂ ਕੋਈ ਧਰਮ ਵੀ ਉਹਨੂੰ ਉਸੇ ਤਰੀਕੇ ਦੇ ਨਾਲ ਮੈਂ ਤੁਹਾਨੂੰ ਹੁਣ ਇਹ ਗੱਲ ਦੱਸੀ ਆ ਵੀ ਜਿੰਨੇ ਧਰਮਾਂ ਨੂੰ ਮੰਨਣ ਵਾਲੇ ਲੋਕ ਆ, ਜਿੰਨੇ ਡੇਰਿਆਂ ਤੇ ਜਾਣ ਵਾਲੇ ਲੋਕ, ਉਹ ਜ਼ਿਆਦਾ ਦੁਖੀ ਨੇ। ਅਗਰ ਉੱਥੋਂ ਕੁਝ ਮਿਲਦਾ ਹੁੰਦਾ ਤਾਂ ਉਹ ਠੀਕ ਹੁੰਦੇ ਨਾ, ਉਹ ਠੀਕ ਨਹੀਂ ਹੋ ਰਹੇ। ਦੂਜੀ ਧਰਮਾਂ ਦੀ ਗੱਲ ਕਰਦੇ ਆਪਾਂ, ਧਰਮ ਇੱਕ ਧਰਮ ਹੀ ਆ ਬਸ। ਧਰਮ ਦਾ ਮਤਲਬ ਧਰਮ ਉਹ ਹਿੰਦੂ, ਸਿੱਖ, ਮੁਸਲਮਾਨ, ਈਸਾਈ ਨਹੀਂ ਹੈ। ਇਹ ਤਾਂ ਅਸੀਂ ਅੱਗੇ ਸੰਪਰਦਾਵਾਂ ਬਣਾ ਦਿੱਤੀਆਂ ਤੇ ਉਹਨਾਂ ਨੂੰ ਵੰਡ ਦਿੱਤਾ। ਧਰਮ ਦਾ ਮਤਲਬ ਇਹ ਹੈ ਕਿ ਪਰਾਈਆਂ ਧੀਆਂ ਭੈਣਾਂ ਨੂੰ ਮੈਂ ਆਪਣੀ ਧੀ ਭੈਣ ਸਮਝਦਾ। ਅਗਰ ਬਾਜ਼ਾਰ ਦੇ ਵਿੱਚ ਕੋਈ ਔਰਤ ਜਾ ਰਹੀ ਆ ਤੇ ਮੈਂ ਉਹਨਾਂ ਨੂੰ ਆਪਣੀਆਂ ਮਾਵਾਂ ਭੈਣਾਂ ਧੀਆਂ ਦੇ ਬਰਾਬਰ ਸਮਝਦਾ। ਇਹ ਸਾਡਾ ਧਰਮ ਹੈ। ਧਰਮ ਇੱਕ ਨੈਤਿਕਤਾ ਆ। ਨੈਤਿਕਤਾ ਸਾਡੇ ਉੱਤੇ ਰੋਕਾਂ ਲਾਉਂਦੀ ਹੈ ਵੀ ਆਹ ਕੰਮ ਅਸੀਂ ਨਹੀਂ ਕਰਨਾ। ਧਰਮ ਹੋਰ ਕੁਝ ਨਹੀਂ ਹੈ। ਨਹੀਂ, ਫਿਰ ਜੇ ਇਹ ਇਸ ਤਰ੍ਹਾਂ ਹੁੰਦਾ ਤਾਂ ਫਿਰ ਜਿਹੜੇ ਪੁਰਾਤਨ ਧਰਮ ਨੇ, ਜੈਨਿਜ਼ਮ ਦਾ ਜਨਮ ਹੁੰਦਾ, ਬੁੱਧਿਜ਼ਮ ਦਾ ਜਨਮ ਹੁੰਦਾ, ਫਿਰ ਹਿੰਦੂਇਜ਼ਮ ਤਾਂ ਬਹੁਤ ਪੁਰਾਣਾ ਹੈਗਾ, ਤਾਂ ਫਿਰ ਸਿੱਖਿਜ਼ਮ ਬੜਾ ਮਾਡਰਨ ਹੈ। ਮਤਲਬ ਸਮੇਂ-ਸਮੇਂ ਤੇ ਵਿੱਚ ਬਦਲਾਅ, ਚੀਜ਼ਾਂ ਤਾਂ ਸਾਰੇ ਨਵਾਂ ਰੂਪ ਲੈ ਕੇ ਆਉਂਦੇ ਨੇ। ਮਨਪ੍ਰੀਤ ਜੀ, ਇੱਥੇ ਸਮਝਣ ਵਾਲੀ ਗੱਲ ਆ, ਗੁਰੂ ਨਾਨਕ ਸਾਹਿਬ ਨੇ ਧਰਮ ਪੈਦਾ ਨਹੀਂ ਕੀਤਾ, ਸਗੋਂ ਉਹਨਾਂ ਨੇ ਧਰਮ ਦੇ ਖਿਲਾਫ ਬਗਾਵਤ ਕੀਤੀ। ਜਿਹੜੇ ਮਹਾਂਵੀਰ ਨੇ ਉਹਨਾਂ ਨੇ ਵੀ ਕੋਈ ਧਰਮ ਕਹਿ ਕੇ ਪੈਦਾ ਨਹੀਂ ਕੀਤਾ, ਉਹਨਾਂ ਨੇ ਜਿਹੜੀਆਂ ਕੁਰੀਤੀਆਂ ਸੀ ਉਹਨਾਂ ਦੇ ਖਿਲਾਫ ਆਵਾਜ਼ ਉਠਾਈ। ਬੁੱਧ ਨੇ ਜਿਹੜਾ ਆ ਉਹਨਾਂ ਨੇ ਵੀ ਇੱਕ ਬਗਾਵਤ ਕੀਤੀ ਔਰ ਕਿਹਾ ਕਿ ਇਹ ਚੀਜ਼ਾਂ ਨੂੰ ਮੈਂ ਨਹੀਂ ਮੰਨਦਾ। ਲੇਕਿਨ ਉਹਨਾਂ ਦੇ ਜਿਹੜੇ ਫੋਲੋਅਰਸ ਨੇ ਉਹਨੂੰ ਵੱਖਰਾ ਧਰਮ, ਹੁਣ ਸਿੱਖ ਧਰਮ ਹੈ। ਸਿੱਖ ਧਰਮ ਕੀ ਤੁਸੀਂ ਸੋਚਦੇ ਗੁਰੂ ਨਾਨਕ ਦੇਵ ਜੀ ਵਾਲਾ ਧਰਮ ਰਹਿ ਗਿਆ? ਗੁਰੂ ਨਾਨਕ ਦੇਵ ਜੀ ਦੇ ਅਸੂਲਾਂ 'ਤੇ ਕਿੱਥੇ ਚੱਲ ਰਿਹਾ ਸਿੱਖ? ਉਹ ਸਿੱਖ ਲੱਭਣਾ ਔਖਾ ਜਿਹਨੂੰ ਅਸੀਂ ਕਹਿ ਸਕੀਏ ਕਿ ਗੁਰੂ ਨਾਨਕ ਦੇਵ ਜੀ ਦਾ ਸਿੱਖ ਹੈ। ਜਿਹੜੇ ਤੁਸੀਂ ਕਹਿੰਦੇ ਸਿਧਾਂਤਾਂ ਤੋਂ ਮੁਨਕਰ ਹੋ ਗਏ, ਉਹਨਾਂ ਸਿਧਾਂਤਾਂ 'ਤੇ ਜੇ ਕਹਿ ਲਓ ਸੱਜਣ ਠੱਗ ਜਾਂ ਗੁਰੂ ਸਾਹਿਬ ਦੀਆਂ ਜਿਹੜੀਆਂ ਉਦਾਸੀਆਂ ਨੇ, ਕਿ ਉਹਨਾਂ ਦੇ ਜਿਹੜੇ ਸੰਦੇਸ਼ ਸੀਗੇ ਮੰਨੇ ਜਾ ਰਹੇ ਨੇ, ਇਸ ਚੀਜ਼ ਦਾ ਤੁਸੀਂ ਕਹਿ ਰਹੇ ਹੋ ਕਿ ਸਿਧਾਂਤ ਨਹੀਂ? ਉਹ ਮੈਂ ਤੁਹਾਨੂੰ ਇੱਕ ਚੀਜ਼ ਦੱਸਦਾ, ਜਿਹੜੇ ਇਹ ਲੋਕ ਹੋਏ ਨੇ, ਗੁਰੂ ਨਾਨਕ ਦੇਵ ਜੀ ਨੂੰ ਮੈਂ ਤਰਕਸ਼ੀਲ ਮੰਨਦਾ। ਉਹਨਾਂ ਨੇ ਜਦੋਂ ਹਰਿਦੁਆਰ ਜਾ ਕੇ ਸੂਰਜ ਵੱਲ ਪਾਣੀ ਪਾਉਂਦੇ ਪੰਡਤ ਨੂੰ ਸਬਕ ਕਿਵੇਂ ਸਿਖਾਇਆ ਕਿ ਉਹ ਆਪਣੇ ਪਿੰਡ ਨੂੰ ਕਰਤਾਰਪੁਰ ਨੂੰ ਪਾਣੀ ਪਾਉਣ ਲੱਗੇ। ਉਹ ਕਹਿੰਦਾ ਵੀ ਕੀ ਕਰ ਰਿਹਾ? ਕਹਿੰਦੇ ਜੀ ਮੇਰੇ ਫਸਲ ਸੁੱਕ ਰਹੀ ਆ, ਮੈਂ ਉੱਥੇ ਪਾਣੀ ਪਾ ਰਿਹਾ। ਉਹ ਕਹਿੰਦੇ ਇੰਨੀ ਦੂਰ ਪਹੁੰਚ ਜੂ। ਉਹ ਕਹਿੰਦੇ ਜੇ ਤੇਰਾ ਪਾਣੀ ਸੂਰਜ ਤੱਕ ਪਹੁੰਚ ਸਕਦਾ ਤੇ ਮੇਰਾ ਨਹੀਂ ਪਹੁੰਚ ਸਕਦਾ। ਇੱਕ ਹੋਰ ਘਟਨਾ ਜਿਹੜੀ ਆ, ਗੁਰੂ ਨਾਨਕ ਸਾਹਿਬ ਮੱਕੇ ਵੱਲ ਪੈਰ ਕਰਕੇ ਪੈ ਜਾਂਦੇ ਆ, ਤਾਂ ਕਾਜੀ ਆਉਂਦਾ, ਉਹ ਕਹਿੰਦਾ ਵੀ ਅੱਲਾ ਦੇ ਘਰ ਵੱਲ ਤੂੰ ਪੈਰ ਕੀਤੇ ਹੋਏ ਨੇ। ਤੇ ਉਹਨਾਂ ਨੇ ਕਿਹਾ ਵੀ ਜਿੱਧਰ ਅੱਲਾ ਦਾ ਘਰ ਨਹੀਂ ਹੈ ਮੇਰੇ ਪੈਰ ਚੁੱਕ ਕੇ ਉਧਰ ਕਰ ਦੇ। ਤਾਂ ਕਾਜੀ ਨੂੰ ਲੌਜਿਕ ਦੇ ਰਹੇ ਨੇ, ਲੌਜਿਕ ਦਿੱਤਾ। ਇਹ ਤਰਕ ਹੈ, ਤਰਕ ਦਿੱਤਾ ਉਹਨਾਂ ਨੇ। ਜਦੋਂ ਕਾਜੀ ਨੂੰ ਸਮਝਾਇਆ ਗਿਆ ਤਾਂ ਉਹਨੂੰ ਸਾਰੇ ਪਾਸੇ ਅੱਲਾ ਨਜ਼ਰ ਆਉਣ ਲੱਗ ਗਿਆ। ਮੱਕਾ ਘੁੰਮਣ ਦਾ ਮਤਲਬ ਇਹ ਆ, ਮੱਕਾ ਦਾ ਮਤਲਬ ਇਹ ਨਹੀਂ ਕਿ ਬਿਲਡਿੰਗ ਘੁੰਮਣ ਲੱਗ ਗਈ। ਮੱਕਾ ਘੁੰਮਣ ਦਾ ਮਤਲਬ ਇਹ ਆ ਕਿ ਉਹਨੂੰ ਚਾਰੇ ਪਾਸੇ ਅੱਲਾ ਨਜ਼ਰ ਆਉਣ ਲੱਗ ਗਿਆ। ਗੁਰੂ ਨਾਨਕ ਸਾਹਿਬ ਨੇ ਕਈ ਥਾਵਾਂ ਦੇ ਉੱਤੇ ਜਾ ਕੇ ਤਰਕਸ਼ੀਲਤਾ ਦੇ ਨਾਲ ਲੋਕਾਂ ਨੂੰ ਸਿੱਧੇ ਰਾਹ ਤੇ ਪਾਇਆ। ਇਸੇ ਤਰ੍ਹਾਂ ਜਿੰਨੇ ਪੈਗੰਬਰ ਹੋਏ ਨੇ ਉਹਨਾਂ ਨੇ ਕੋਈ ਧਰਮ ਪੈਦਾ ਨਹੀਂ ਕੀਤਾ। ਧਰਮ ਇੱਕੋ ਹੀ ਧਰਮ ਹੈ। ਸਿਰਫ ਧਰਮ ਦਾ ਮਤਲਬ ਧਰਮ ਹੈ। ਇਹਨਾਂ ਨੇ ਅੱਡ-ਅੱਡ ਕਲਾਸਾਂ ਬਣਾ ਕੇ ਅੱਡ-ਅੱਡ ਦੁਕਾਨਾਂ ਬਣਾ ਲਈਆਂ। ਜੇ ਆਪਾਂ ਇਹ ਕਹੀਏ ਜਿਹੜੇ ਅਲੱਗ-ਅਲੱਗ ਧਰਮ ਬਣਾ ਕੇ ਉਹ ਆਪੋ ਆਪਣੀਆਂ ਦੁਕਾਨਾਂ ਚਲਾ ਰਹੇ ਆ, ਧਰਮ ਅਸਲ ਵਿੱਚ ਕਿਤੇ ਰਹਿ ਹੀ ਨਹੀਂ ਗਿਆ। ਧਰਮ ਜਿਹਨੂੰ ਅਸੀਂ ਸੱਚਮੁੱਚ ਦਾ ਧਰਮ ਕਹਿ ਸਕੀਏ ਉਹ ਵਿਰਲੇ ਵਾਂਝਿਆ। ਉਹ ਤਾਂ ਗੁਰੂ ਨਾਨਕ ਸਾਹਿਬ ਜੀ ਨੇ ਉਦੋਂ ਹੀ ਕਹਿ ਦਿੱਤਾ ਸੀ, ਕੋਟਨ ਮੈਂ ਕਹੂੰ ਇੱਕ ਕਰੋੜਾਂ 'ਚ ਕੋਈ ਇੱਕ ਅੱਧਾ ਆ ਜਿਹੜਾ ਉਸ ਧਰਮ ਨੂੰ ਮੰਨ ਰਿਹਾ, ਜਿਹੜਾ ਸੱਚੀ ਮੁੱਚੀ ਧਰਮ ਹੈ। ਅੱਛਾ, ਤੇ ਫਿਰ ਇਹ ਹੁਣ ਸਮੇਂ ਦੇ, ਅੱਜ ਦੇ ਸਮੇਂ ਦੇ ਵਿੱਚ ਜਿੱਥੇ ਅਸੀਂ ਹੈਗੇ ਹਾਂ, ਜਿੱਥੇ ਅਸੀਂ ਜਿਸ ਕਿਤਾਬ ਦੀ ਚਰਚਾ ਨੂੰ ਲੈ ਕੇ ਅਸੀਂ ਬੈਠੇ ਹਾਂ, ਔਰ ਮਤਲਬ ਤਰਕਸ਼ੀਲ ਜਿਹੜਾ ਅਗਰ ਸੁਸਾਇਟੀ 21ਵੀਂ ਸਦੀ ਸਮਾਜ ਸਾਡਾ ਜੇ ਖੜਾ ਹੈਗਾ, ਤੇ ਉੱਥੇ ਵੀ ਅਜੇ ਵੀ ਤੁਸੀਂ ਮਹਿਸੂਸ ਕਰ ਰਹੇ ਹੋ ਕਿ ਹਜੇ ਵੀ ਜਿਹੜੇ ਅੰਧ ਵਿਸ਼ਵਾਸ ਨੇ, ਉਹ ਕਰਮਕਾਂਡ ਜਿਹੜੇ ਹੈਗੇ ਨੇ,
ਤੇ ਉਹ ਅਜੇ ਵੀ ਐਗਜ਼ਿਸਟ ਕਰ ਰਹੇ ਨੇ, ਤਾਂ ਹੀ ਤੁਸੀਂ ਅੱਜ ਇਹ ਲਿਖ ਰਹੇ ਹੋ ਅੱਜ ਦੇ ਦੌਰ ਦੇ ਵਿੱਚ। ਦੇਖੋ ਜਿਹੜਾ ਪੁਜਾਰੀ ਆ ਇਹ ਇਹਨੂੰ ਕਦੇ ਵੀ ਖਤਮ ਨਹੀਂ ਹੋਣ ਦੇਵੇਗਾ। ਤੁਸੀਂ ਤੁਹਾਡੇ ਸਾਹਮਣੇ ਕਈ ਬਾਬੇ ਫੜੇ ਗਏ ਜੇਲ੍ਹਾਂ ਦੇ ਵਿੱਚ ਨੇ, ਲੇਕਿਨ ਉਹਨਾਂ ਦੀ ਸੰਗਤ ਅੱਜ ਵੀ ਉਹਨਾਂ ਦੇ ਨਾਲ ਖੜੀ ਹੋਈ ਆ, ਕਿਉਂਕਿ ਉਹਨਾਂ ਨੂੰ ਹਿਪਨੋਟਾਈਜ਼ ਕਰ ਦਿੱਤਾ ਜਾਂਦਾ। ਉਹਨਾਂ ਦਾ ਜਿਹੜਾ ਬ੍ਰੇਨ ਆ ਉਹਨਾਂ ਦੇ ਇਸ਼ਾਰੇ ਤੇ ਚੱਲਦਾ। ਦੇਖੋ ਜੇਲ੍ਹ ਵਿੱਚ ਬੈਠੇ ਹੋਏ ਨੇ ਕਿੰਨੇ ਬਾਬੇ, ਮੈਂ ਕਿਸੇ ਦਾ ਨਾਂ ਨਹੀਂ ਲੈਣਾ ਚਾਹੁੰਦਾ, ਲੇਕਿਨ ਉਹਨਾਂ ਨੇ ਜਿਹੜੀ ਸੰਗਤ ਹੈ, ਸੰਗਤ ਨੂੰ ਹਿਪਨੋਟਾਈਜ਼ ਕਰਕੇ ਉਹਨਾਂ ਦੇ ਮਾਈਂਡ ਨੂੰ ਕੰਟਰੋਲ ਕਰ ਲਿਆ। ਉਹਨਾਂ ਦਾ ਜਿਹੜਾ ਮਾਈਂਡ ਹੈ ਉਹ ਉਹਨਾਂ ਦੇ ਇਸ਼ਾਰੇ ਤੇ ਨੱਚਦਾ। ਇਹ ਅੰਧ ਵਿਸ਼ਵਾਸ ਜਿਹੜਾ ਖਤਮ ਕਰਨ ਲਈ ਬਹੁਤ ਕੁਝ ਕਰਨ ਦੀ ਲੋੜ ਹੈ। ਤਰਕਸ਼ੀਲ ਜਿਹੜੇ ਨੇ ਉਹ ਕਰ ਰਹੇ ਨੇ। ਤਰਕਸ਼ੀਲ ਜਿਹੜੇ ਜਿੱਥੇ ਆ ਕੇ ਕਹਿੰਦੇ ਨੇ ਵੀ ਧਰਮ ਦੀ ਲੋੜ ਨਹੀਂ ਹੈ ਜਾਂ ਰੱਬ ਦੀ ਲੋੜ ਨਹੀਂ ਆ, ਇੱਥੇ ਥੋੜਾ ਜਿਹਾ ਉਹ ਗਲਤ ਹੈ। ਧਰਮ ਦੀ ਤੁਹਾਡੀ ਵੀ ਕੰਟਰਡਿਕਸ਼ਨ ਹੈ ਤਰਕਸ਼ੀਲਾਂ ਦੇ ਨਾਲ ਕਿ ਇਹ ਹਾਂ, ਧਰਮ ਦੀ ਲੋੜ ਹੈ। ਧਰਮ ਦੀ ਲੋੜ ਤਾਂ ਆ ਕਿ ਅਗਰ ਧਰਮ ਨਹੀਂ ਹੋਏਗਾ ਤਾਂ ਲੋਕ ਜਿਹੜੇ ਜਾਨਵਰ ਬਣ ਜਾਣਗੇ, ਅਰਾਜਕਤਾ ਫੈਲ ਜਾਏਗੀ। ਫਿਰ ਪਹਿਲਾਂ ਮੈਂ ਤੁਹਾਨੂੰ ਦੱਸ ਚੁੱਕਾ ਕਿ ਮੈਂ ਆਪਣੀ ਬੇਟੀ ਦੀ ਉਮਰ ਦੀ ਲੜਕੀ ਨੂੰ ਬੇਟੀ ਕਹਿਣਾ, ਤੇ ਇਹ ਮੇਰਾ ਧਰਮ ਆ। ਇਸ ਕਰਕੇ ਧਰਮ ਦੀ ਲੋੜ ਹੈ। ਤੇ ਰੱਬ ਨੂੰ ਤੁਸੀਂ ਕਹਿ ਦੋਗੇ ਰੱਬ ਨਹੀਂ ਹੈ, ਰੱਬ ਦੀ ਹੋਂਦ ਨਹੀਂ, ਰੱਬ ਨੂੰ ਕੋਈ ਫਰਕ ਨਹੀਂ ਪੈਂਦਾ। ਅੱਛਾ, ਮੈਂ ਤੁਹਾਡੇ ਤੋਂ 2 ਸਵਾਲ ਇਹ ਵੀ ਲੈਣਾ ਚਾਹੁੰਦਾ, 2 ਆਖਰੀ ਸਵਾਲ ਨੇ ਮੇਰੇ। ਪੂਜਾ ਤੇ ਵੀ ਗੱਲ ਕਰਾਂਗੇ, ਪਰ ਫਿਰ ਮੈਂ ਇੱਕ ਵਾਰ ਸੱਭਿਆਚਾਰ ਵੱਲ ਮੁੜਨਾ ਚਾਹੂੰਗਾ, ਜਿਹੜਾ ਖਾਸ ਤੌਰ ਤੇ ਇਸ ਖਿੱਤੇ ਦਾ, ਸਾਡੇ ਦਾ ਸੱਭਿਆਚਾਰ ਰਿਹਾ ਪੰਜਾਬ ਦਾ। ਇੱਥੇ ਮਤਲਬ ਸਿੱਧਾਂ ਦੀ, ਨਾਥਾਂ ਦੀ, ਉਸ ਤੋਂ ਪਹਿਲਾਂ ਸੂਫੀ ਵੀ ਰਹੇ ਨੇ, ਉਹ ਵੀ, ਉਹਨਾਂ ਦਾ ਵੀ ਲੋਕਾਂ ਦੇ ਵਿੱਚ ਜੁੜਾਵ ਰਿਹਾ। ਲੋਕ ਉਹਨਾਂ ਨੂੰ ਪੜ੍ਹਦੇ ਰਹੇ ਨੇ, ਲੋਕ ਉਹਨਾਂ ਦੇ ਫੋਲੋਅਰਸ ਰਹੇ ਨੇ, ਉਹਨਾਂ ਦੀ ਪੂਜਾ ਵੀ ਹੁੰਦੀ ਰਹੀ ਹੈ ਸਿੱਧਾਂ ਨਾਥਾਂ ਜੋਗੀਆਂ ਦੀ, ਹੈ ਨਾ। ਤੇ ਇਹਦੇ ਸੰਦਰਭ ਦੇ ਵਿੱਚ ਸਿੱਧ ਤੇ ਜਿਹੜੇ ਨਾਥ ਨੇ ਇਹਨਾਂ ਨੂੰ ਸਮਝਣ ਵਾਲੀ ਗੱਲ ਹੈ। ਨਾਥ, ਗੋਰਖਨਾਥ, ਇਹਨਾਂ ਨੇ ਯੋਗ ਦੇ ਉੱਤੇ ਬਹੁਤ ਕੰਮ ਕੀਤਾ। ਯੋਗ ਦੀਆਂ ਬਹੁਤ ਜ਼ਿਆਦੀਆਂ ਵਿਧੀਆਂ ਗੋਰਖਨਾਥ ਨੇ ਜਿਹੜੀਆਂ ਨੇ ਪੈਦਾ ਕੀਤੀਆਂ। ਉਹ ਗਲਤ ਬੰਦੇ ਨਹੀਂ ਸੀ। ਉਹਨਾਂ ਲੋਕਾਂ ਨੇ ਖੋਜ ਕੀਤੀ, ਖੋਜ ਕਰਕੇ ਜਿਹੜੇ ਆਸਣ ਅਲੱਗ-ਅਲੱਗ ਯੋਗ ਦੇ ਉਹ ਲੱਭ ਕੇ ਦਿੱਤੇ ਲੋਕਾਂ ਨੂੰ, ਜਿਹਦੇ ਨਾਲ ਅੱਜ ਕਈ ਲੋਕ ਯੋਗ ਦੇ ਨਾਲ ਬਿਮਾਰੀਆਂ ਨੂੰ ਠੀਕ ਕਰ ਰਹੇ ਨੇ। ਇਸ ਤੋਂ ਇਲਾਵਾ ਪਤੰਜਲੀ ਨੇ, ਪਤੰਜਲੀ ਰਿਸ਼ੀ ਹੋਇਆ, ਉਹਨੇ ਯੋਗ ਦੀਆਂ ਜਿਹੜੀਆਂ ਕਈ ਆਸਣ ਸੀਗੇ ਉਹਨਾਂ ਦੇ ਨਾਲ ਇਲਾਜ ਕੀਤਾ। ਠੀਕ ਹੈ ਜੀ। ਤੇ ਇਹ ਕੋਈ ਗਲਤ ਬੰਦੇ ਨਹੀਂ ਆ। ਉਹਨਾਂ ਨੇ ਕੋਈ ਧਰਮ ਨਹੀਂ ਚਲਾਇਆ, ਉਹਨਾਂ ਨੇ ਲੋਕਾਂ ਦਾ ਇਲਾਜ ਕੀਤਾ। ਫਿਰ ਸ਼ੰਕਰ ਹੈ ਜਿਹਨੂੰ ਅਸੀਂ ਸ਼ਿਵ ਜੀ ਕਹਿੰਦੇ ਹਾਂ। ਸ਼ਿਵ ਜੀ ਦਾ ਮਤਲਬ ਤਾਂ ਪਰਮਾਤਮਾ ਹੁੰਦਾ। ਸ਼ੰਕਰ ਨੂੰ ਲੋਕ ਸ਼ਿਵ ਜੀ ਤਾਂ ਕਹਿਣ ਲੱਗੇ, ਲੋਕੀ ਉਹਨੂੰ ਰੱਬ ਵਾਂਗ ਮੰਨਣ ਲੱਗੇ। ਉਹਨਾਂ ਦੀ ਭੈਰਵ ਤੰਤਰ ਨਾਂ ਦਾ ਇੱਕ ਗ੍ਰੰਥ ਹੈ, ਜਿਹਦੇ ਵਿੱਚ 112 ਵਿਧੀਆਂ ਨੇ ਮੈਡੀਟੇਸ਼ਨ ਦੀਆਂ। ਤੇ ਉਹਨਾਂ ਮੈਡੀਟੇਸ਼ਨ ਦੀਆਂ ਵਿਧੀਆਂ ਨੂੰ ਲੋਕ ਪੜ੍ਹ ਕੇ, ਸਿੱਖ ਕੇ ਬਿਮਾਰੀਆਂ ਠੀਕ ਕਰ ਰਹੇ ਨੇ। ਉਹਨਾਂ ਲੋਕਾਂ ਨੂੰ ਗਲਤ ਨਹੀਂ ਕਹਿ ਸਕਦੇ, ਲੇਕਿਨ ਗਲਤ ਉਹ ਨੇ ਜਿਨ੍ਹਾਂ ਨੇ ਇੱਕ ਨਰਕ ਸਵਰਗ ਦੀ ਧਾਰਨਾ ਪੈਦਾ ਕਰ ਦਿੱਤੀ। ਇੱਕ ਧਰਮ ਰਾਜ ਬੈਠਾ ਹੋਇਆ ਜੀ, ਉਹ ਫੈਸਲੇ ਕਰ ਰਿਹਾ। ਇਹ ਕੁਛ ਵੀ ਨਹੀਂ ਹੈਗਾ, ਕੋਈ ਚੀਜ਼ ਐਗਜ਼ਿਸਟ ਨਹੀਂ ਕਰਦੀ। ਰੱਬ ਨਾਂ ਦੀ ਕੋਈ ਚੀਜ਼ ਵੱਖਰੀ ਨਹੀਂ ਹੈ। ਰੱਬ ਇੱਕ ਐਨਰਜੀ ਦਾ ਨਾਂ ਆ, ਜਿਹੜੀ ਤੁਹਾਡੇ ਅੰਦਰ, ਮੇਰੇ ਅੰਦਰ, ਸਾਰਿਆਂ ਦੇ ਅੰਦਰ ਆ। ਉਹ ਜੋਤ ਹੈ ਤੇ ਅਸੀਂ ਵੀ ਜੋਤ ਆ, ਜਿਹੜੇ ਸਾਰੀ ਕੁਦਰਤ ਨੂੰ ਇੱਕ ਜੋਤ ਦੇ ਰੂਪ ਵਿੱਚ ਉਹ ਐਨਰਜੀ ਸਾਰੀ ਕੁਦਰਤ ਨੂੰ ਕੰਟਰੋਲ ਕਰ ਰਹੀ ਆ। ਔਰ ਇੱਥੇ ਜਿਹੜੇ ਤਰਕਸ਼ੀਲ ਆ ਉਹ ਕਹਿੰਦੇ ਵੀ ਜਿਹੜੀ ਦਿਮਾਗ ਹੈ ਉਹ ਸਰੀਰ ਦੇ ਵਿੱਚ ਫਿੱਟ ਹੁੰਦਾ, ਤੇ ਐਨਰਜੀ ਦੇ ਕੋਲ ਦਿਮਾਗ ਨਹੀਂ ਹੈ। ਉਹ ਕਿਵੇਂ ਕੰਮ ਕਰ ਰਹੀ? ਬੰਦੇ ਨੂੰ ਜਿਹੜੀ ਦਿਮਾਗ ਕੰਮ ਕਰ ਰਿਹਾ, ਐਨਰਜੀ ਕੰਮ ਕਰਵਾ ਰਹੀ ਆ। ਜੇ ਦਿਮਾਗ ਕੰਮ ਕਰਦਾ ਹੁੰਦਾ ਬਿਨਾਂ ਐਨਰਜੀ ਤੋਂ ਤਾਂ ਬੰਦਾ ਮਰਿਆ ਹੋਇਆ ਵੀ ਦਿਮਾਗ ਕੰਮ ਕਰਨਾ ਚਾਹੀਦਾ। ਮਰਨ ਤੋਂ ਬਾਅਦ ਦਿਮਾਗ ਕੰਮ ਨਹੀਂ ਕਰਦਾ। ਐਨਰਜੀ ਜਿਹੜੀ ਆ ਉਹਨੂੰ ਦਿਮਾਗ ਦੀ ਲੋੜ ਨਹੀਂ ਆ, ਉਹਦੇ ਅੰਦਰ ਚੇਤਨਾ ਆ, ਤੇ ਚੇਤਨਾ ਦੇ ਨਾਲ ਹੀ ਸਾਰਾ ਸਿਸਟਮ ਜਿਹੜਾ ਵਿਉਂਤਬੰਦੀ ਦੇ ਨਾਲ ਚੱਲ ਰਿਹਾ। ਤੁਹਾਨੂੰ ਪਹਿਲਾਂ ਮੈਂ ਦੱਸ ਕੇ ਹਟਿਆ, ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਸਾਰਿਆਂ ਦੇ ਅੰਦਰ ਜੋਤ ਉਹਦੀ ਆ। ਜਾਤ ਮੈਂ ਜੋਤ, ਜੋਤ ਮੈਂ ਜਾਤਾ। ਤੁਸੀਂ ਵੀ ਉਸੇ ਜੋਤ ਦੇ ਨਾਲ ਬਣੇ ਹੋਏ ਹੋ, ਮੈਂ ਵੀ ਉਸੇ ਜੋਤ ਦੇ ਨਾਲ ਬਣਿਆ ਹੋਇਆ। ਸਾਰੀ ਜੋਤ ਜਿਹੜੀ ਆ, ਔਰ ਉਹ ਇੱਕ ਮਹਾਜੋਤ ਹੈ, ਪਰਮਾਤਮਾ, ਆਤਮਾ। ਆਤਮਾ ਦਾ ਮਤਲਬ ਸੈਲਫ, ਆਤਮ, ਮੈਂ, ਤੇ ਪਰਮਾਤਮਾ ਜਿਹੜੀ ਪਰਮਾਤਮਾ। ਬਸ ਇਸ ਫਰਕ ਨੂੰ ਸਮਝਣ ਦੀ ਲੋੜ ਹੈ। ਉਹ ਕਿਤੇ ਵੀ ਵੱਖਰਾ ਠੋਸ ਪਦਾਰਥ ਰੂਪ ਵਿੱਚ ਨਹੀਂ ਹੈ ਜਾਂ ਸਰੀਰਕ ਰੂਪ ਵਿੱਚ ਨਹੀਂ ਹੈ। ਉਹ ਨਿਰੰਕਾਰ ਹੈ। ਗੁਰੂ ਨਾਨਕ ਦੇਵ ਜੀ ਦੇ ਜਿਹੜਾ ਮੂਲ ਮੰਤਰ ਹੈ, ਅਗਰ ਤੁਸੀਂ ਉਹਨੂੰ ਸਮਝ ਲਿਆ ਤਾਂ ਤੁਹਾਨੂੰ ਸਾਰੀ ਸਮਝ ਆ ਜਾਏਗੀ ਕਿ ਪਰਮਾਤਮਾ ਕੋਈ ਕਿਤੇ ਨਹੀਂ ਬੈਠਾ ਹੋਇਆ, ਕੋਈ ਨਰਕ ਸਵਰਗ ਨਹੀਂ ਹੈ। ਅੱਛਾ ਜੀ, ਮੇਰਾ ਆਖਰੀ ਸਵਾਲ ਥੋੜਾ ਪਾਸੇ ਜਾ ਕੇ ਹੈ। ਪੂਜਾ ਦੀ ਆਪਾਂ ਗੱਲ ਕਰ ਰਹੇ ਸੀ ਕਿ ਲੋਕ ਬਿਜਲੀ ਨੂੰ ਵੀ ਪੂਜਣ ਲੱਗ ਗਏ, ਸਮਾਨ ਤੋਂ ਬਿਜਲੀ ਡਿੱਗਦੀ ਸੀ, ਕਿਉਂਕਿ ਉਦੋਂ ਲੋਕਾਂ ਕੋਲੇ ਲੌਜਿਕ ਨਹੀਂ ਸੀ। ਉਹ ਇੱਕ ਸਮਾਂ ਸੀ ਜਦੋਂ
ਨਵੇਂ ਲੌਜਿਕ ਆਏ, ਸਾਇੰਸ ਆਈ, ਸਾਇੰਸ ਆਪਣੇ ਜਿਹੜੇ ਲੌਜਿਕ ਵੀ ਲੈ ਕੇ ਆਈ। ਹਾਲਾਂਕਿ ਜਿਹੜਾ ਸਾਇੰਸ ਇਸ ਚੀਜ਼ ਨੂੰ ਵੀ ਮੰਨਦੀ ਹੈ ਕਿ ਬੰਦੇ ਦਾ ਜਿਹੜਾ ਮਨੁੱਖ ਦੇ ਸਰੀਰ ਦੀ ਆਪਾਂ ਗੱਲ ਕੀਤੀ ਕਿ ਕਿੰਨਾ ਖੂਬਸੂਰਤੀ ਦੇ ਨਾਲ ਜਿਹੜਾ ਕਿੰਨਾ ਸੇਫਲੀ ਆ ਜਿਹੜਾ ਇਹ ਡਿਜ਼ਾਈਨ ਹੈ ਜਿਹੜੀ ਬਾਡੀ ਮਨੁੱਖ ਦੀ। ਪਰ ਪੁਰਾਤਨ ਸਮਿਆਂ ਦੇ ਵਿੱਚ ਇਹ ਵੀ ਹੁੰਦਾ ਰਿਹਾ ਕਿ ਜਿਵੇਂ ਜਿਵੇਂ ਲੌਜਿਕ ਆਉਂਦੇ ਚੀਜ਼ਾਂ ਚੇਂਜ ਹੁੰਦੀਆਂ ਰਹੀਆਂ, ਪਰ ਜਿਹੜਾ ਕਿਸੇ ਦੌਰ ਦੇ ਵਿੱਚ ਮਤਲਬ ਮਨੁੱਖੀ ਲਿੰਗਾਂ ਦੀ ਪੂਜਾ ਵੀ ਹੁੰਦੀ ਰਹੀ, ਉਹਨਾਂ ਦੀ ਪੂਜਾ ਵੀ ਲੋਕ ਕਰਦੇ ਰਹੇ। ਉਹਦੇ 'ਚ ਉਸ ਵਕਤ ਦਾ ਕੀ ਲੌਜਿਕ ਸੀਗਾ? ਦੇਖੋ ਜੀ, ਅੰਧ ਵਿਸ਼ਵਾਸ ਮਨਪ੍ਰੀਤ ਜੀ ਜਿੰਨਾ ਮਰਜ਼ੀ ਵਧਾ ਲਓ, ਹੁਣ ਇੱਥੇ ਤਾਂ ਇਹ ਆ ਵੀ ਬਿੱਲੀ ਰਸਤਾ ਕੱਟ ਗਈ, ਤੁਹਾਡਾ ਕੰਮ ਨਹੀਂ ਬਣੇਗਾ। ਤੁਸੀਂ ਛਿੱਕ ਮਾਰਤੀ, ਤੁਹਾਡਾ ਕੰਮ ਨਹੀਂ ਬਣੇਗਾ। ਕਈ ਵਾਰੀ ਨਾ ਕਈ ਬੰਦੇ ਅਸੀਂ ਗੱਡੀ 'ਚ ਜਾ ਰਹੇ ਹੁੰਦੇ ਤੇ ਕਹਿੰਦੇ ਯਾਰ ਲਾਲ ਬੱਤੀ ਆ ਗਈ, ਹੁਣ ਕੰਮ ਨਹੀਂ ਬਣਨਾ। ਅੰਧ ਵਿਸ਼ਵਾਸ ਜਿੰਨਾ ਮਰਜ਼ੀ ਵਧਾਉਂਦੇ ਜਾਓ, ਔਰ ਪੁਜਾਰੀ ਨੇ ਵੱਧ ਤੋਂ ਵੱਧ ਅੰਧ ਵਿਸ਼ਵਾਸ ਫੈਲਾਇਆ ਤਾਂ ਕਿ ਲੋਕ ਡਰੇ ਰਹਿਣ, ਰੱਬ ਤੋਂ ਡਰੇ ਰਹਿਣ ਕਿ ਰੱਬ ਪਾਪੀਆਂ ਨੂੰ ਸਜ਼ਾ ਦਿੰਦਾ। ਤੁਸੀਂ ਪਾਪ ਕਿਵੇਂ ਕਰ ਸਕਦੇ ਹੋ ਜਦੋਂ ਉਹਦੇ ਹੁਕਮ ਦੇ ਬਿਨਾਂ ਪੱਤਾ ਹੀ ਨਹੀਂ ਹਿੱਲਦਾ? ਤੁਸੀਂ ਉਹਦੇ ਹੁਕਮ ਤੋਂ ਬਿਨਾਂ ਕੋਈ ਕਰ ਹੀ ਨਹੀਂ ਸਕਦੇ, ਫਿਰ ਤੁਸੀਂ ਪਾਪ ਕਰਨ ਵਾਲੇ ਕੌਣ? ਫਿਰ ਪਾਪ ਵੀ ਤਾਂ ਉਹੀ ਕਰਵਾ ਰਿਹਾ। ਬਟ ਇੱਥੇ ਇਹ ਇੱਕ ਇੰਟਰਵਿਊ 'ਚ ਨਹੀਂ ਖਤਮ ਹੋਣ ਵਾਲੀ ਗੱਲ, ਇਹ ਬੜਾ ਸਮਝਣ ਵਾਲੀ ਗੱਲ ਆ। ਇੱਥੇ ਕਰਮ ਫਿਲਾਸਫੀ ਦੇ ਵਿੱਚ ਗੁਰੂ ਨਾਨਕ ਦੇਵ ਜੀ ਨੇ ਇੱਕ ਪੌੜੀ ਦੇ ਵਿੱਚ ਲਿਖਿਆ ਹੋਇਆ ਸਾਰਾ ਕੁਝ ਵੀ ਜਿਹੜਾ ਪੁੰਨ ਪਾਪ ਆ ਉਹ ਕਿਵੇਂ ਸਜ਼ਾ ਕਿਵੇਂ ਮਿਲਦੀ। ਤੁਸੀਂ ਬਿਗ ਬੌਸ ਵੇਖਿਆ, ਬਿਗ ਬੌਸ ਦੇ ਵਿੱਚ ਇੱਕ ਟਾਸਕ ਦਿੱਤਾ ਜਾਂਦਾ, ਅਗਰ ਟਾਸਕ ਪੂਰਾ ਨਹੀਂ ਕਰਦੇ ਤਾਂ ਉਹਨਾਂ ਨੂੰ ਵੀ ਸਜ਼ਾ ਦਿੱਤੀ ਜਾਂਦੀ ਸੀ। ਸਾਡਾ ਬਿਗ ਬੌਸ ਉਹ ਪ੍ਰਮਾਤਮਾ ਨਿਰੰਕਾਰ, ਉਹਨੇ ਸਾਨੂੰ ਇੱਕ ਟਾਸਕ ਦਿੱਤਾ, ਇੱਕ ਖੇਡ ਦਿੱਤੀ ਹੋਈ ਆ। ਖੇਡ ਦੇ ਵਿੱਚ ਅਗਰ ਅਸੀਂ ਕਿਤੇ ਗਲਤੀ ਕਰ ਰਹੇ, ਨਰਕ ਸਵਰਗ ਦੀ ਥਿਊਰੀ ਗਲਤ ਹੈ, ਪਰ ਹਾਂ ਇਹ ਜ਼ਰੂਰ ਤੁਸੀਂ ਕਹਿ ਰਹੇ ਹੋ ਕਿ ਸਜ਼ਾ ਜ਼ਰੂਰ ਮਿਲਦੀ ਹੈ ਪਾਪਾਂ ਦੀ। ਨਹੀਂ, ਸਜ਼ਾ ਨਹੀਂ ਹੈਗੀ, ਇਹਨੂੰ ਸਜ਼ਾ ਨਹੀਂ ਕਹਿ ਸਕਦੇ। ਇੱਥੇ ਤਾਂ ਇੰਨਾ ਕਿਹਾ ਇਹ ਖੇਡ ਹੈ, ਖੇਡ ਦੇ ਵਿੱਚ ਜਿਹੜਾ ਹਾਰ ਗਿਆ ਉਹ ਅਸੀਂ ਉਹਨੂੰ ਸਮਝ ਲੈਂਦੇ ਹਾਂ ਵੀ ਸਾਨੂੰ ਸਜ਼ਾ ਮਿਲ ਗਈ। ਖੇਡ ਦਾ ਮਤਲਬ ਇਹ ਆ ਕਿ ਨਿਯਮ ਦੇ ਵਿੱਚ ਖੇਡ ਰਿਹਾ, ਜਿਹੜਾ ਨਿਯਮ ਤੋਂ ਬਾਹਰ ਹੋ ਕੇ ਖੇਡ ਰਿਹਾ ਉਹਨੂੰ ਤਕਲੀਫ ਆਏਗੀ। ਹੁਣ ਰਸਤਾ ਜਾ ਰਿਹਾ ਸਿੱਧਾ ਅਤੇ ਤੁਸੀਂ ਖੱਡੇ ਦੇ ਵਿੱਚ ਡਿੱਗੋਗੇ, ਉਹ ਪ੍ਰਮਾਤਮਾ ਨੇ ਸਜ਼ਾ ਥੋੜ੍ਹੀ ਦਿੱਤੀ ਆ, ਉਹ ਤੁਸੀਂ ਨਿਯਮ ਤੋਂ ਬਾਹਰ ਹੋ ਗਏ ਅਤੇ ਉਹ ਆਟੋਮੈਟਿਕ ਤੁਹਾਨੂੰ ਉਹਦਾ, ਤੁਸੀਂ ਅੱਗ ਵਾਲੇ ਪਾਸੇ ਨੂੰ ਜਾ ਰਹੇ ਹੋ, ਅੱਗ ਦੇ ਵਿੱਚ ਜਾ ਕੇ ਸੇਕ ਤੁਹਾਨੂੰ ਲੱਗਣਾ ਅਤੇ ਤੁਸੀਂ ਇਹ ਕਹੋਗੇ ਪ੍ਰਮਾਤਮਾ ਨੇ ਸਜ਼ਾ ਦਿੱਤੀ। ਪਰਮਾਤਮਾ ਨੇ ਸਜ਼ਾ ਨਹੀਂ ਦਿੱਤੀ, ਅਸੀਂ ਨਿਯਮ ਤੋੜਿਆ। ਪਰ ਮਤਲਬ ਪੂਜਾ ਤੇ ਖੈਰ ਮੈਂ ਵੀ ਇੱਥੇ ਗੱਲ ਨੂੰ ਖਤਮ ਕਰਨਾ ਚਾਹੁੰਦਾ ਸੀ। ਪੂਜਾ ਪੈਦਾਵਾਰ ਦੇ ਖੇਤੀਬਾੜੀ ਦੇ ਜਿਹੜੇ ਸਾਧਨ ਸੀ ਵਸੀਲੇ, ਉਹਦੀ ਜਾਂ ਇਹ ਮੈਂ ਲਿੰਗ ਦੀ ਪੂਜਾ ਦੀ ਗੱਲ ਕਰਕੇ ਹਟਿਆ ਕਿ ਇਹਦੇ ਨਾਲ ਕੀ ਕੋਈ ਉਸ ਸਮੇਂ ਦੀ ਕੋਈ ਸੱਭਿਅਤਾ ਜਿਹੜੀ ਬਹੁਤ ਡਿਵੈਲਪ, ਉਹ ਵੀ ਸੱਭਿਅਤਾ ਰਹੀਆਂ ਨੇ ਖਾਸ ਤੌਰ 'ਤੇ ਜਿਹੜੀਆਂ ਸਿਵਲਾਈਜੇਸ਼ਨ ਹੜੱਪਾ ਸੱਭਿਅਤਾ ਦੀ ਗੱਲ ਕਰਾਂ ਤਾਂ ਡਿਵੈਲਪ ਨਹੀਂ ਰਹੀਆਂ, ਸਾਡੇ ਨੇੜੇ ਵੀ ਨਿਸ਼ਾਨ ਮਿਲਦੇ ਨੇ ਇੱਥੇ। ਤਾਂ ਉਹਨਾਂ ਕੋਲੇ ਕੋਈ ਤਾਂ ਲੌਜਿਕ ਹੋਏਗਾ, ਮਤਲਬ ਜਾਂ ਕੋਈ ਮਤਲਬ ਜਾਂ ਇਹ ਚੀਜ਼ ਵੈਸੇ ਐਗਜ਼ਿਸਟ ਕਰ ਰਹੀ ਸੀਗੀ ਇੱਕ ਨੈਚੁਰਲ। ਇੱਥੇ ਲੌਜਿਕ ਕੋਈ ਨਹੀਂ ਹੈਗਾ। ਜਿੱਥੇ ਲਿੰਗ ਦੀ ਪੂਜਾ ਤੁਸੀਂ ਕਹੀ ਆ ਜਾਂ ਗੁਪਤ ਅੰਗਾਂ ਦੀ ਪੂਜਾ ਕਹੀ ਆ, ਇੱਕ ਸਮਾਂ ਆਇਆ ਸੀ ਲੋਕ ਸੰਨਿਆਸੀ ਹੋ ਰਹੇ ਸੀ, ਤਾਂ ਜਿਹੜੇ ਸਿਆਣੇ ਲੋਕ ਸੀ ਉਹਨਾਂ ਨੇ ਇੱਧਰੋਂ ਹਟਾਉਣ ਲਈ ਵੀ ਅਗਰ ਸਾਰੇ ਸੰਨਿਆਸੀ ਹੋ ਜਾਂਦੇ ਆ ਤਾਂ ਗ੍ਰਹਿਸਥ ਆਸ਼ਰਮ ਨਹੀਂ ਚੱਲੇਗਾ। ਉਹਨਾਂ ਨੇ ਕਿਹਾ ਵੀ ਇਹ ਤਾਂ ਪੂਜਨਯੋਗ ਚੀਜ਼ਾਂ ਨੇ, ਬੁਰੀਆਂ ਨਹੀਂ ਆ। ਉਹਨਾਂ ਨੇ ਉਹਨੂੰ ਇੱਧਰ ਲੈ ਕੇ ਆਉਣ ਦੀ ਕੋਸ਼ਿਸ਼ ਕੀਤੀ ਆ। ਇਹ ਕੋਈ ਵੀ ਅੰਧ ਵਿਸ਼ਵਾਸ ਵਾਲੀ ਗੱਲ ਨਹੀਂ ਆ। ਹਾਂ, ਕਈ ਥਾਵਾਂ 'ਤੇ ਜਾ ਕੇ ਜਿਹੜੀ ਪੂਜਾ ਹੁਣ ਵੇਦਾਂ ਦੇ ਵਿੱਚ ਕੀ ਪੂਜਾ ਹੋ ਰਹੀ ਆ? ਅੱਗ ਦੀ ਪੂਜਾ, ਦਰਖਤਾਂ ਦੀ ਪੂਜਾ, ਕਿਉਂਕਿ ਅੱਗ ਜਿਹੜੀ ਆ ਅਗਰ ਅੱਗ ਲੱਗ ਜੇ ਤਾਂ ਖਤਮ ਕਰ ਦਿੰਦੀ ਆ। ਅਗਰ ਅੱਗ ਦੇ ਨਾਲ ਤੁਸੀਂ ਅੱਗ ਤੋਂ ਬਿਨਾਂ ਜਿੰਦਾ ਵੀ ਨਹੀਂ ਰਹਿ ਸਕਦੇ। ਪੰਜ ਤੱਤਾਂ ਤੋਂ ਹੀ ਕਹਿੰਦੇ, ਹਾਂ, ਸਾਰਾ ਕੁਝ ਅੱਗ ਨਾਲ ਹੋ ਰਿਹਾ। ਪਾਣੀ ਹੈ, ਪਾਣੀ ਦੀ ਪੂਜਾ ਕਰਦੇ ਸੀ। ਉਹ ਨੈਚੁਰਲ ਚੀਜ਼ਾਂ ਦੀ ਜਿਹੜੀਆਂ ਚੀਜ਼ਾਂ ਸਾਨੂੰ ਦੇ ਰਹੀਆਂ ਸੀ, ਦੇਵਤਾ ਦਾ ਮਤਲਬ ਦੇਣਾ, ਜਿਹੜਾ ਸਾਨੂੰ ਕੁਝ ਦੇ ਰਿਹਾ ਸੀ ਉਹਦੀ ਪੂਜਾ ਹੁੰਦੀ ਸੀ, ਹੋਰ ਕੁਝ ਨਹੀਂ ਹੈ। ਸਰ, ਤੁਸੀਂ ਸਾਡੇ ਨਾਲ ਇਸ ਮੁਲਾਕਾਤ ਦੇ ਵਿੱਚ ਜੁੜੇ, ਤੁਹਾਡਾ ਬਹੁਤ ਧੰਨਵਾਦ। ਖਾਸ ਤੌਰ 'ਤੇ ਇਹਨਾਂ ਦੇ ਨਾਲ ਹੋਰ ਵੀ ਚਰਚਾ ਕਰਾਂਗੇ। ਅੱਜ ਦੀ ਚਰਚਾ ਅਸੀਂ ਇਸ ਕਿਤਾਬ ਤੋਂ ਸ਼ੁਰੂ ਕੀਤੀ ਸੀਗੀ। ਕਿਤਾਬ ਪੜ੍ਹੂੰਗਾ ਵੀ ਮੈਂ, ਇਸ ਦਾ ਰਿਵਿਊ ਵੀ ਕਰਾਂਗੇ, ਇੱਕ ਇੰਟਰਵਿਊ ਹੋਰ ਇਹਨਾਂ ਦੇ ਨਾਲ ਕਰਾਂਗੇ ਅਸੀਂ ਜਲਦੀ। ਇਹ ਇੰਟਰਵਿਊ, ਇਹ ਮੁਲਾਕਾਤ ਤੁਹਾਨੂੰ ਕਿੱਦਾਂ ਦੀ ਲੱਗੀ ਤੁਸੀਂ ਵੀ ਟਿੱਪਣੀ ਕਰਕੇ ਜ਼ਰੂਰ ਦੱਸਿਓ। ਹਾਲਾਂਕਿ ਵੱਡੇ ਵਿਸ਼ੇ ਨੇ, ਜਿਹੜੇ ਚਿੰਤਕ ਨੇ ਅਕਸਰ ਉਹਨਾਂ ਦੀਆਂ ਵੱਡੀਆਂ ਬਹਿਸਾਂ ਨੇ ਜਿਹੜੀਆਂ ਹੁੰਦੀਆਂ ਨੇ ਘੰਟਿਆਂ ਬੱਧੀ, ਕਈ ਦਿਨ ਕਈ ਸਾਲ ਜਿਹੜੇ ਲੱਗ ਜਾਂਦੇ ਨੇ, ਤਾਂ ਉਹ ਜਿਹੜਾ ਕੁਛ ਨਾ ਕੁਛ ਅਸੀਂ ਤੁਹਾਡੇ ਤੱਕ ਲੈ ਕੇ ਜ਼ਰੂਰ ਆਵਾਂਗੇ। ਇਹਨਾਂ ਬਹਿਸਾਂ ਦੇ ਵਿੱਚੋਂ ਅਕਸਰ ਇਹ ਕੀ ਚੱਲਦਾ, ਜਿਹੜੇ ਚਿੰਤਕ ਨੇ, ਜਿਹੜੇ ਤਰਕਸ਼ੀਲ ਨੇ ਉਹ ਕੀ ਸੋਚਦੇ ਨੇ, ਆਸਤਕ ਆ ਜਿਹੜੇ ਉਹ ਕੀ ਸੋਚਦੇ ਨੇ, ਜਿਹੜੇ ਨਾਸਤਕ ਆ ਉਹ ਕੀ ਸੋਚਦੇ ਨੇ, ਔਰ ਜਿਹੜੇ ਸੈਂਟਰ ਵਾਲੇ ਨੇ ਜਿਹੜੇ ਮੰਨਦੇ ਨੇ ਕਿ ਹਾਂ ਇਹ ਅੰਧ ਵਿਸ਼ਵਾਸ ਹੈ, ਪਰ ਹਾਂ ਅਸੀਂ ਕਿਸੇ ਸੈਂਟਰਲ ਪਾਵਰ ਆ ਜਿਹੜਾ ਉਹਨੂੰ ਜ਼ਰੂਰ ਮੰਨਦੇ ਆ ਕਿ ਨੇਚਰ ਆ ਜਿਹੜਾ, ਕੁਦਰਤ ਆ ਜਿਹੜਾ, ਰੱਬ ਆ ਜ਼ਰੂਰ, ਉਹ ਜਿਹੜੀ ਚੀਜ਼ ਆ ਉਹ ਹੈਗੀ ਆ ਔਰ ਉਹਦੀ ਜਿਹੜਾ ਉਹ ਐਗਜ਼ਿਸਟ ਕਰਦਾ। ਤਾਂ ਫਿਲਹਾਲ ਦੇ ਲਈ ਤੁਹਾਡੇ ਤੋਂ ਵਿਦਾ ਚਾਹਾਂਗੇ। ਧੰਨਵਾਦ। ਧੰਨਵਾਦ ਜੀ।